काय किती काय ती हमारे छोरा का पैसे भाई ऑपरेशन दे रखे होंगे भाई साहब तो खुद उल्टे जाओ लेकिन जी इमरजेंसी है इमरजेंसी और गाँव है इमरजेंसी कौन सी है आपकी गाड़ी कौन सी आपकी बैठो आप गाड़ी करा है अच्छा तो गाँव से ना कितने गाँव
देखो जी, कांग्रेस गौरमेंट जदों भी आई आ हमेशा गरीबां दा थल्ले वर्गां दा हमेशा बाह फड़ी आ। अज तो नहीं पहलों तो भी लै लो, जदों की पार्टी चली आउंदी आ मनरेगा भी होर सारे जो भी गरीबां लई लैके आंदियां चीज़ां स्कीमां कांग्रेस गौरमेंट ने स्टार्ट की। अज साडे मुख मंत्री साहब चेंज होए आ, उस तो बाद चन्नी साहब आए आ। चन्नी साहब देखो किन्ने पढ़े लिखे, हजे भी उन्होंने अपनी डॉक्टरी की डिग्री वो कर रहे हैं यूनीवर्सिटी के 7 सूबे के विचों मैं कहना इन्ना कोई मुख मंत्री पढ़िया नहीं होया। SC वर्ग के नाल संबंध रखते आ, पर जो अज के हालात आ पढ़ी लिखी जनरेशन आ वो ना कोई SC आ ना कोई जिमीदार आ। ਅਸੀਂ ਸਾਰੇ ਇੱਕ ਦੂਜੇ ਨੂੰ ਜਿਵੇਂ ਸਮਾਂ ਥੋੜਾ ਰਹਿ ਗਿਆ ਸਰਕਾਰ ਦਾ, ਕਿੰਨੀਆਂ ਕੁ ਉਮੀਦਾਂ ਹੁਣ ਉਹਨਾਂ ਤੋਂ? ਸਾਨੂੰ ਬਹੁਤ ਉਮੀਦਾਂ ਵਾ। ਸਾਨੂੰ ਪਤਾ ਵੀ ਜਿਹੜੇ ਕਾਰਜ ਕਿਸੇ 3 ਮਹੀਨੇ ਗੱਲਾਂ ਕਰਕੇ ਜਾਂ ਕਿਸੇ ਸਮੱਸਿਆ ਕਰਕੇ ਨਹੀਂ ਹੋ ਸਕੇ, ਵੈਸੇ ਤਾਂ ਬਹੁਤ ਵਿਕਾਸ ਹੋਇਆ, ਤਾਂ ਇਹ ਗੌਰਮੈਂਟ ਚੰਨੀ ਸਾਹਿਬ ਦੀ ਗੌਰਮੈਂਟ ਸਾਰੇ ਵਿਕਾਸ ਪੂਰੇ ਕਰੂਗੀ। ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰੇ ਸਰਕਾਰ ਬਣਾਵਾਂਗੇ। ਸਰਕਾਰ ਬਣਾ ਕੇ ਜੋ ਹੁਣ ਕੰਮ ਰਹਿ ਜਾਣਗੇ ਉਦੋਂ ਕਰਾਂਗੇ। ਸਰਕਾਰ ਜ਼ਰੂਰ ਬਣੂਗੀ। ਠੀਕ ਹੈ PM ਸਿੰਘ ਜੀ, ਦੇਖੋ ਜੀ 74 ਸਾਲ ਬਾਅਦ ਅੱਜ ਹਿੰਦੁਸਤਾਨ ਦੇ ਅੰਦਰ ਦਾ ਪੰਜਾਬ ਦੇ ਅੰਦਰ ਪਹਿਲਾ ਇੱਕ CM ਮੁੱਖ ਮੰਤਰੀ ਸਾਡੇ SC ਭਾਈਚਾਰੇ 'ਚ ਬਣਾਇਆ, ਉਹਦੀ ਸਾਨੂੰ ਬਹੁਤ ਖੁਸ਼ੀ ਹੈ। ਔਰ ਨਾਲ ਨਾਲ ਸਾਡੇ DGP ਜਿਹੜਾ ਸੋਤਾ ਸਾਹਿਬ ਲਾਏ, ਅਸੀਂ ਉਹਨਾਂ ਦੀ ਵੀ ਜਾਣੀ ਕਿ ਇਸ ਗੱਲ ਦੀ ਬੜੀ ਖੁਸ਼ੀ ਮੰਨੀ ਹੈ। ਤੇ ਜਿਸ ਖੁਸ਼ੀ ਦੇ ਵਿੱਚ ਅਸੀਂ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਲਿਆ ਕੇ ਸੁਖਮਨੀ ਸਾਹਿਬ ਦਾ ਪਾਠ ਅਰਦਾਸ ਕਰਾ ਕੇ ਤੇ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਡੇ SC ਵਰਗ ਨੇ ਖੁਸ਼ੀ ਮਨਾਉਣ ਦੇ ਨਾਲ ਨਾਲ ਅਸੀਂ ਲੱਡੂ ਵੀ ਵੰਡੇ ਵੀ। ਮਹਾਰਾਜ ਉਹਨਾਂ ਦੀ ਕਿਰਪਾ ਰੱਖੇ ਕਿ ਉਹਨਾਂ ਨੂੰ ਇਸ ਤਰ੍ਹਾਂ ਅੱਗੇ ਹੋਰ ਮਤਲਬ ਕੰਮ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਵਧੀਆ ਢੰਗ ਦੇ ਨਾਲ ਉਹ ਵੀ ਸੇਵਾ ਨਿਭਾ ਸਕੇ। ये पुरानियां आदतां पईयां होईयां ठीक कर देंगा, बिल्कुल बिल्कुल ठीक कर देंगा, फिक्र ना करो। देखो अज मैं अपने महबूब नेता मरहूम नेता शहीद आजम सरदार भगत सिंह जी के स्थल ते आया। उन्हां दा जन्म दिन है, उन्हां नूं देश वासियां नूं बधाई देण आया। मैं सिर्फ एक गल कहनी है, फालतू बहुतियां गल्लां नहीं करनियां तुहाडे नाल कि मैं जो करदा है, जो मैं करना है, मैं ये समझ के करदा है कि मैनू शहीद भगत सिंह देख रहा, कोई गलत काम ना हो जाए मेरे तो। इसलिए जो भी काम होएगा शहीद भगत सिंह दी सोच नूं मूहरे रख के होएगा, नौजवानों की बेहतरी दे लई होएगा, देश और सूबे की बेहतरी लई होएगा, देश की आज़ादी नूं बरकरार रखना, देश के लोगों नूं अगे लेके जाना, समाज नूं अगे लेके जाना, आपसी भाईचारा कायम रखना ते शहीद आजम सरदार भगत सिंह जी की सोच ते पहरा देना मेरा पहला कर्तव्य है। इस करके हर काम उन्हां दी सोच के मुताबिक होएगा। चलो अंदर, चलो चलिए अंदर। देखो जी, कांग्रेस गौरमेंट जदों भी आई आ हमेशा गरीबां दा थल्ले वर्गां दा हमेशा बाह फड़ी आ।
ਅੱਜ ਤੋਂ ਨਹੀਂ ਪਹਿਲਾਂ ਤੋਂ ਵੀ ਲੈ ਲਓ, ਜਦੋਂ ਦੀ ਪਾਰਟੀ ਚੱਲੀ ਆਉਂਦੀ ਆ, ਮਨਰੇਗਾ ਵੀ ਹੋਰ ਸਾਰੇ ਜੋ ਵੀ ਗਰੀਬਾਂ ਲਈ ਲੈ ਕੇ ਆਉਂਦੀਆਂ ਚੀਜ਼ਾਂ ਸਕੀਮਾਂ ਕਾਂਗਰਸ ਗੌਰਮੈਂਟ ਨੇ ਸਟਾਰਟ ਕੀਤੀ। ਅੱਜ ਸਾਡੇ ਮੁੱਖ ਮੰਤਰੀ ਸਾਹਿਬ ਚੇਂਜ ਹੋਏ ਆ, ਉਸ ਤੋਂ ਬਾਅਦ ਚੰਨੀ ਸਾਹਿਬ ਆਏ ਆ। ਚੰਨੀ ਸਾਹਿਬ ਦੇਖੋ ਕਿੰਨੇ ਪੜ੍ਹੇ ਲਿਖੇ, ਹਜੇ ਵੀ ਉਹਨਾਂ ਨੇ ਆਪਣੀ ਡਾਕਟਰੀ ਦੀ ਡਿਗਰੀ ਉਹ ਕਰ ਰਹੇ ਆ ਯੂਨੀਵਰਸਿਟੀ ਦੇ ਵਿੱਚ। 7 ਸੂਬਿਆਂ ਦੇ ਵਿੱਚੋਂ ਮੈਂ ਕਹਿੰਦਾ ਇੰਨਾ ਕੋਈ ਮੁੱਖ ਮੰਤਰੀ ਪੜ੍ਹਿਆ ਨਹੀਂ ਹੋਇਆ। ਐਸਸੀ ਵਰਗ ਦੇ ਨਾਲ ਸੰਬੰਧ ਰੱਖਦੇ ਆ, ਪਰ ਜੋ ਅੱਜ ਦੇ ਹਾਲਾਤ ਆ, ਪੜ੍ਹੀ ਲਿਖੀ ਜਨਰੇਸ਼ਨ ਆ, ਉਹਦੇ ਵਿੱਚ ਨਾ ਕੋਈ ਐਸਸੀ ਆ ਨਾ ਕੋਈ ਜ਼ਿਮੀਂਦਾਰ ਆ। ਅਸੀਂ ਸਾਰੇ ਇੱਕ ਦੂਜੇ ਨੂੰ ਜਿਵੇਂ ਹੁਣ ਸਮਾਂ ਥੋੜਾ ਰਹਿ ਗਿਆ ਸਰਕਾਰ ਦਾ, ਕਿੰਨੀਆਂ ਕੁ ਉਮੀਦਾਂ ਹੁਣ ਉਹਨਾਂ ਤੋਂ? ਸਾਨੂੰ ਬਹੁਤ ਉਮੀਦਾਂ ਵਾ। ਸਾਨੂੰ ਪਤਾ ਵੀ ਜਿਹੜੇ ਕਾਰਜ ਕਿਸੇ 3 ਮਹੀਨੇ ਗੱਲਾਂ ਕਰਕੇ ਜਾਂ ਕਿਸੇ ਸਮੱਸਿਆ ਕਰਕੇ ਨਹੀਂ ਹੋ ਸਕੇ, ਵੈਸੇ ਤਾਂ ਬਹੁਤ ਵਿਕਾਸ ਹੋਇਆ, ਤਾਂ ਇਹ ਗੌਰਮੈਂਟ ਚੰਨੀ ਸਾਹਿਬ ਦੀ ਗੌਰਮੈਂਟ ਸਾਰੇ ਵਿਕਾਸ ਪੂਰੇ ਕਰੂਗੀ। ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰੇ ਸਰਕਾਰ ਬਣਾਵਾਂਗੇ। ਸਰਕਾਰ ਬਣਾ ਕੇ ਜੋ ਹੁਣ ਕੰਮ ਰਹਿ ਜਾਣਗੇ ਉਦੋਂ ਕਰਾਂਗੇ। ਸਰਕਾਰ ਜ਼ਰੂਰ ਬਣੂਗੀ। ਠੀਕ ਹੈ। ਝੰਡੇ ਸਾਰਿਆਂ ਨੇ ਉੱਪਰੀ ਰੱਖਣੇ ਆਪਣੇ ਐਸੇ ਵਾਲਾ ਝੰਡੇ। ਹਾਂ, ਥੱਲੇ ਨੀਵੇਂ ਨਹੀਂ ਕਰਨੇ ਝੰਡੇ, ਉੱਪਰੀ ਲਹਿਰਾਉਣੇ ਨਹੀਂ। ਸਿੱਧੇ ਖੜੇ ਕਰ ਲਓ ਪੱਤਰਕਾਰ ਵੀਰਾਂ ਨੇ ਫੋਟੋਆਂ ਲੈਣੀਆਂ। ਨਾ ਮਦਹੋਸ਼ ਰਹੇ, ਤਾਰੀਖਾਂ ਦਾ ਸਾਡੇ ਸਿਰ ਤੇ ਨਾ ਕੋਈ ਦੋਸ਼ ਰਹੇ। ਵਿੱਚ ਸ਼ਮਸ਼ਾਨਾਂ ਲੋਥ ਲਿਜਾ ਕੇ ਕਦਰ ਘਟਾਓ ਨਾ, ਵਿੱਚ ਚੁਰਸਤੇ ਦੇ ਲਟਕਾਓ, ਤਾਂ ਜੋ ਜੋਸ਼ ਰਹੇ। ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਨੌਜਵਾਨਾਂ ਦੇ ਨਾਲ ਸੰਦੇਸ਼ ਗੀਤ ਰਾਹੀਂ ਕਹਿਣ ਜਾ ਰਹੇ ਹਾਂ। ਝੰਡੇ ਸਾਰਿਆਂ ਨੇ ਉੱਪਰੀ ਰੱਖਣੇ ਆਪਣੇ ਐਸੇ ਵਾਲਾ ਝੰਡੇ। ਹਾਂ, ਥੱਲੇ ਨੀਵੇਂ ਨਹੀਂ ਕਰਨੇ ਝੰਡੇ, ਉੱਪਰੀ ਲਹਿਰਾਉਣੇ ਨਹੀਂ। ਸਿੱਧੇ ਖੜੇ ਕਰ ਲਓ ਪੱਤਰਕਾਰ ਵੀਰਾਂ ਨੇ ਫੋਟੋਆਂ ਲੈਣੀਆਂ। ਰਾਜੇ ਮਹਾਰਾਜੇ ਅੱਡ-ਅੱਡ ਰਿਆਸਤਾਂ ਦੇ ਮਾਲਕ ਸੀ। ਸਿੱਖ ਕਹਾਉਂਦੇ ਸੀ ਆਪਦੇ ਆਪ ਨੂੰ, ਉਹ ਅੰਗਰੇਜ਼ਾਂ ਨਾਲ ਰਲ ਕੇ ਉਸ ਗਦਰ ਨੂੰ ਫੇਲ ਕਰਨ ਵਾਸਤੇ ਇਹ ਪਟਿਆਲੇ ਦੇ, ਜੀਂਦ ਦੇ, ਫਰੀਦਕੋਟ ਦੇ, ਨਾਭੇ ਦੇ, ਸਾਰੇ ਕਪੂਰਥਲੇ ਦੇ ਸਾਰੇ ਰਾਜਿਆਂ ਨੇ ਜਿਹੜੇ ਆਪਦੇ ਆਪ ਨੂੰ ਸਿੱਖ ਕਹਾਉਂਦੇ ਸੀ, ਅੰਗਰੇਜ਼ਾਂ ਦਾ ਸਾਥ ਦਿੱਤਾ। ਪਰ ਉਦੋਂ ਮਗਰੋਂ ਅੰਗਰੇਜ਼ਾਂ ਨੇ ਕੰਪਨੀ ਨੂੰ ਪਾਸੇ ਹਟਾ ਕੇ ਸਿੱਧੀ ਹਕੂਮਤ ਉੱਥੋਂ ਦੀ
ਸਰਕਾਰ ਦੀ ਉਹ ਲੈ ਆਂਦੀ। ਗੁੱਸਾ ਜਿਵੇਂ ਪ੍ਰੈਸ਼ਰ ਕੁੱਕਰ ਦੀ ਸੀਟੀ ਵੱਜ ਕੇ ਭਾਫ਼ ਨਿਕਲ ਜਾਂਦੀ ਆ, ਐਂ ਕੱਢਣ ਵਾਸਤੇ ਕੋਈ ਜੁਗਾੜ ਚਾਹੀਦਾ। ਉਹਨਾਂ ਦੇ ਫਿਰ ਇੱਕ ਅਫਸਰ, ਬਹੁਤ ਵੱਡੇ ਅਫਸਰ ਨੇ, ਇਹ ਉਹ ਹਿਊਮ ਉਹਦਾ ਨਾਮ ਸੀ। 1885 ਦੇ ਵਿੱਚ ਭਾਰਤ ਦੇ ਵਿੱਚ ਇਕੱਠ ਕਰਕੇ ਵੱਡੇ ਜ਼ਗੀਰਦਾਰਾਂ ਦਾ ਇਕੱਠ ਕਰਕੇ ਕਾਂਗਰਸ ਪਾਰਟੀ ਬਣਾਈ। ਇਹ ਅੰਗਰੇਜ਼ ਨੇ ਬਣਾਈ ਸੀ ਵੀ ਜਿਹੜਾ ਸਾਡੀ ਹਕੂਮਤ ਵਿਰੁੱਧ ਗੁੱਸਾ ਲੋਕਾਂ 'ਚ ਪੈਦਾ ਹੋਊ, ਕੋਈ ਟੀਚਾ ਮੋਦੀ ਤੋਂ ਉਸੇ ਕਲਮ ਨਾਲ ਰੱਦ ਕਰਾਉਣੇ ਆ। ਸਿੰਘ ਦਾ ਚਾਚਾ ਤੇ ਬਾਪ ਅਜੀਤ ਸਿੰਘ ਤੇ ਕਿਸ਼ਨ ਸਿੰਘ ਜੇਲ੍ਹ ਚੋਂ ਛੁੱਟ ਕੇ ਆਉਂਦੇ, ਤੜਕੇ ਭਗਤ ਸਿੰਘ ਦਾ 4 ਵਜੇ ਜਨਮ ਹੁੰਦਾ, ਜਿਹੜਾ ਆਪਾਂ ਮਨਾ ਰਹੇ ਹਾਂ ਜਨਮ ਦਿਨ। ਉਸ ਮੌਕੇ ਸਾਮਰਾਜੀਆਂ ਨੇ ਸਾਰੇ ਪਿੰਡਾਂ ਦੇ ਵੱਡੇ ਵੱਡੇ ਤੁਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਮੰਗ ਕਰੋ। ਉਹਨੇ ਕਿਹਾ ਕਿ ਘੋਸ਼ਣਾ ਦਾ ਕੋਈ ਪੂਰਾ ਰੋਕ ਸਿੰਘ ਨੇ ਕਿਹਾ ਕਿ ਮਾਵਾਂ ਆਪਣੇ ਬੱਚਿਆਂ ਦਾ ਸਭ ਤੋਂ ਪਹਿਲਾਂ ਗੰਦ ਸਾਫ਼ ਕਰਦੀ ਹੈ। ਗੰਦ ਸਾਫ਼ ਕਰਨ ਦੇ ਨਾਲ ਕੋਈ ਪਲੀਤ ਨਹੀਂ ਹੋ ਜਾਂਦਾ। ਔਰ ਜਿਹੜਾ ਜਮਾਦਾਰ ਉਹਨਾਂ ਪਖਾਨੇ ਚੱਕਿਆ ਕਰਦਾ ਸੀ, ਉਹਦੀ ਲੈਟਰਿਨ ਜਾਗਦਾ ਸੀ, ਉਹਨੇ ਹੋਈ ਰੋਟੀ ਖਾਣ ਨੂੰ ਤਰਜੀਹ ਦਿੱਤੀ। ਇਸੇ ਤਰੀਕੇ ਦੇ ਨਾਲ ਭਗਤ ਸਿੰਘ ਨੇ ਕਿਹਾ ਕਿ ਸਾਮਰਾਜੀ ਲੜਕਿਆਂ ਦਾ ਜਿੰਨਾ ਖੂਨ ਰੋਕੇ ਦੁਨੀਆ ਦੇ ਉੱਤੇ ਹੋਇਆ, ਇਹਨਾਂ ਖੂਨ ਖਰਾਬਾ ਕਦੇ ਨਹੀਂ ਹੋਇਆ। ਇਹ ਅਸੀਂ ਦੇਖਿਆ ਪਾਣੀ ਨਹੀਂ ਸੀ ਜਿੰਨਾ ਖੂਨ ਵਗਾਇਆ। ਤੇ ਮੋਦੀ ਸਰਕਾਰ ਸਾਡੇ ਭਰਾਵੋ ਮੈਂ ਜੋਰਾ ਸਿੰਘ ਨਸਰਾਲੀ, ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ। ਅੱਜ ਲਾਮਸਾਲ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਕਿ ਭਗਤ ਸਿੰਘ ਦੇ ਜਨਮ ਚੱਲ ਰਿਹਾ, ਤੁਸੀਂ ਆਏ ਹੋ ਖੇਤ ਮਜ਼ਦੂਰ ਯੂਨੀਅਨ ਤੋਂ ਕੀ ਕਰਨਾ? ਅੱਜ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਬਹੁਤ ਵੱਡੀ ਜਿਹੜੀ ਰੈਲੀ ਆ ਉਹ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਵਿੱਚ ਸਾਡੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਹੈ, ਉਹ ਵੀ ਮਤਲਬ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਈ ਹੈ ਆਪਣੇ ਸਾਥੀਆਂ ਨੂੰ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਸਾਡਾ ਜੋ ਮਕਸਦ ਹੈ, ਜੋ ਅਸੀਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਭਗਤ ਸਿੰਘ ਉਹਨਾਂ ਨੇ ਇਸ ਮੁਲਕ ਦੀ ਖਰੀ ਆਜ਼ਾਦੀ ਵਾਸਤੇ, ਇਸ ਮੁਲਕ ਦੇ ਵਿੱਚੋਂ ਸਾਮਰਾਜੀ ਲੁੱਟ ਖਸੁੱਟ ਦਾ ਖਾਤਮਾ ਕਰਨ ਵਾਸਤੇ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਪੁੱਗਤ ਦਾ ਰਾਜ ਲਿਆਉਣ ਵਾਸਤੇ, ਧਾਰਮਿਕ ਸੈਕੂਲਰ ਰਾਜ ਹੈ ਜਿਹੜਾ ਉਹ ਸਥਾਪਿਤ ਕਰਨ ਵਾਸਤੇ ਲੜਾਈ ਲੜੀ। ਪਰ 75 ਸਾਲ ਬੀਤ ਜਾਣ ਤੋਂ ਬਾਅਦ ਇਸ ਮੁਲਕ ਦੇ ਵਿੱਚੋਂ ਇੱਕ ਸਾਮਰਾਜ ਦੀ ਜਗ੍ਹਾ, ਬਰਤਾਨੀਆ ਦੇ ਇਕੱਲੇ ਜਗ੍ਹਾ, ਅੱਜ ਮੁਲਕ ਦੇ ਵਿੱਚ ਸਾਰੇ ਵਿਦੇਸ਼ੀ ਜਿਹੜੇ ਲੋਕ ਨੇ, ਸਾਮਰਾਜੀਏ ਨੇ, ਉਹਨਾਂ ਨੂੰ ਲੁੱਟਣ ਲੱਗੇ ਹੋਏ ਨੇ, ਜਿਹਦੇ ਕਰਕੇ ਅਡਾਨੀ, ਅਬਾਨੀ, ਟਾਟੇ, ਬਿਰਲੇ ਤੇ ਡਾਲਵੀਏ ਜੋ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਸੀ ਉਹਨੂੰ ਚੁਰਾ ਕੇ ਮਹਿਲਾਂ ਦੇ ਵਿੱਚ ਲੈ ਗਏ। ਕਿਰਤੀ ਲੋਕ, ਦਲਿਤ ਲੋਕ, ਖੇਤ ਮਜ਼ਦੂਰ, ਗਰੀਬ ਕਿਸਾਨ ਆ ਜਿਹੜੇ ਉਸ ਆਜ਼ਾਦੀ ਤੋਂ ਵਾਂਝੇ ਨੇ। ਅੱਜ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਜ਼ਮੀਨਾਂ ਦੀ ਵੰਡ ਕਰਾਉਣਾ ਚਾਹੁੰਦੇ ਹੋ, ਜੇਕਰ ਕਰਜ਼ਿਆਂ ਦਾ ਖਾਤਮਾ ਚਾਹੁੰਦੇ ਹੋ, ਜੇਕਰ ਰਿਹਾਇਸ਼ ਵਾਸਤੇ ਤੁਸੀਂ ਚੰਗੇ ਮਕਾਨ ਚਾਹੁੰਦੇ ਹੋ, ਪੜ੍ਹਾਈ ਚਾਹੁੰਦੇ ਹੋ, ਬੇਰੁਜ਼ਗਾਰੀ ਦਾ ਖਾਤਮਾ ਚਾਹੁੰਦੇ ਹੋ, ਫਿਰਕਾ ਪ੍ਰਸਤੀ ਦਾ ਖਾਤਮਾ ਚਾਹੁੰਦੇ ਹੋ, ਤਾਂ ਭਗਤ ਸਿੰਘ ਦੇ ਸੁਪਨਿਆਂ ਨੂੰ ਗ੍ਰਹਿਣ ਕਰਕੇ ਇੱਕ ਮਜ਼ਦੂਰਾਂ ਕਿਸਾਨਾਂ ਨੂੰ ਇਕੱਠੇ ਹੋ ਕੇ ਇੱਥੋਂ ਦੀ ਸਾਮਰਾਜੀ ਲੁੱਟ ਦੇ ਖਿਲਾਫ, ਇੱਥੋਂ ਦੇ ਹਾਕਮਾਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਰੋਜ਼ ਧਰਮ, ਜਾਤ ਪਾਤ ਦੇ ਨਾਂ ਤੇ, ਫਿਰਕਾ ਪ੍ਰਸਤੀ ਦੇ ਨਾਂ ਤੇ ਵੰਡਦੇ ਆ, ਕਤਲੇਆਮ ਕਰਾਉਂਦੇ ਆ, ਉਹਨਾਂ ਦੇ ਖਿਲਾਫ ਇੱਕ ਪੂਰੀ ਜਿਹੜੀ ਜੂਝਵੀਂ ਲੜਾਈ ਆ, ਜੱਦੋ-ਜਹਿਦ ਆ ਜਿਹੜੀ, ਉਹ ਤੁਹਾਨੂੰ ਲੜਨੀ ਪਊਗੀ। ਅੱਜ ਪੰਜਾਬ ਦੇ ਅੰਦਰ ਮੁੱਖ ਮੰਤਰੀ ਚੰਨੀ ਨੂੰ ਬਣਾ ਕੇ, ਕੈਪਟਨ ਨੂੰ ਲਾ ਕੇ ਇੱਥੋਂ ਦੀ ਪਾਰਟੀ ਨੇ, ਜੋ ਕਾਂਗਰਸ ਦੀ ਪਾਰਟੀ, ਉਹਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਦਲਿਤਾਂ ਨੂੰ ਕਿ 75 ਸਾਲਾਂ ਬਾਅਦ ਉੱਤਰੀ ਭਾਰਤ ਦੇ ਵਿੱਚ ਪਹਿਲਾ ਮੁੱਖ ਮੰਤਰੀ ਦਲਿਤਾਂ 'ਚ ਬਣਾ ਕੇ ਅਸੀਂ ਬਹੁਤ ਵੱਡਾ ਮਾਰਕਾ ਮਾਰਿਆ। ਹੁਣ ਲੋਕਾਂ ਦੇ, ਵਿਸ਼ੇਸ਼ ਕਰਕੇ ਦਲਿਤਾਂ ਦੇ ਜਿਹੜੇ ਮਸਲੇ ਹੱਲ ਹੋਣਗੇ। ਸਾਡੀ ਜਥੇਬੰਦੀ ਸਮਝਦੀ ਹੈ ਕਿ ਲੋਕਾਂ ਨਾਲ ਬਹੁਤ ਵੱਡਾ ਧੋਖਾ, ਇਹ ਛਲ ਖੇਡਿਆ ਗਿਆ, ਕਿਉਂਕਿ ਇਹੀ ਮੰਤਰੀ ਹੈ ਜਿਹੜੇ ਮੁੱਖ ਮੰਤਰੀ ਬਣੇ ਆ। 34 MLA ਜਿਹੜੇ ਉਹ ਮਤਲਬ ਪਹਿਲਾਂ ਇਸੇ ਵਿਧਾਨ ਸਭਾ ਦੇ ਵਿੱਚ ਸੀ, ਉਹਨਾਂ ਨੇ ਸਾਡੇ ਮਜ਼ਦੂਰਾਂ ਵਾਸਤੇ ਕੁਝ ਨਹੀਂ ਬੋਲਿਆ ਗਿਆ ਹੈਗਾ, ਜਿਹਦੇ ਕਰਕੇ
ਮਤਲਬ ਖੇਤ ਮਜ਼ਦੂਰ ਤੇ ਕਿਸਾਨ ਕਰਜ਼ਿਆਂ ਕਰਕੇ ਖੁਦਕਸ਼ੀਆਂ ਕਰ ਰਹੇ ਨੇ, ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਨੇ, ਕੱਚੇ ਘਰਾਂ 'ਚ ਰਹਿ ਰਹੇ ਆ, ਉਹਨਾਂ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਹੈਗਾ। ਸੋ ਇਹਦੇ ਕਰਕੇ ਸਰਕਾਰਾਂ ਬਦਲਣ ਨਾਲ ਜਿਹੜੀ ਗੱਲ ਖਾਤਰ ਜਿਹੜਾ ਇਹ ਚਾਹੁੰਦਾ ਸੀ ਕਿਹਾ ਜਾ ਪ੍ਰਬੰਧ ਚਾਹੁੰਦਾ ਸੀ ਉਹ ਪ੍ਰਬੰਧ ਹੋ ਨਹੀਂ ਮਿਲਿਆ, ਲੋਕਾਂ ਨੂੰ ਨਹੀਂ ਮਿਲਿਆ, ਇਨਸਾਫ ਨਹੀਂ ਮਿਲਿਆ। ਇਹਨਾਂ ਲੋਕਾਂ ਦੀ ਸਿੱਖੀ ਲੋਕਾਂ ਦੀ ਆਜ਼ਾਦੀ ਨਹੀਂ ਆਈ, ਇਹ ਵੱਡੇ ਲੋਕਾਂ ਦੀ ਆਜ਼ਾਦੀ ਹੈ। ਉਹਨਾਂ ਦੀ ਪੱਖ ਦੀ ਸਰਕਾਰਾਂ ਦੀ ਉਹਨਾਂ ਦੇ ਪੱਖ ਦੇ ਵਿੱਚ ਜਿਹੜੇ ਉਹਨਾਂ ਦੇ ਮੁਨਾਫੇ ਨੇ ਉਹ ਮੁਨਾਫੇ ਵਧਾਉਣ ਦੀ ਖਾਤਰ ਸੋਚਦੇ ਨੇ ਕਿ ਸਰਕਾਰ ਇਸ ਕਰਕੇ ਲੋਕਾਂ ਨੂੰ ਸੁਨੇਹਾ ਦਿੰਦੇ ਆ ਕਿ ਉਹ ਤੁਹਾਡੇ ਪੱਖ ਦੇ ਬਣਾਉਣੇ ਨੇ, ਕਿ ਤੁਹਾਡੇ ਪੱਖ ਦੀ ਸਰਕਾਰ ਬਣਾਉਣੀ ਹੈ ਤਾਂ ਲੋਕਾਂ ਜਾਓ ਹਿੱਸਾ ਲਓ, ਲੜਾਈ ਲੜਨੀ ਕਰਦੀ ਹੈ, ਭਗਤ ਸਿੰਘ ਵਾਲੀ ਜੰਗ ਲੜਾਉਣੀ ਹੈ, ਸੰਘਰਸ਼ ਕਰਨਾ ਪਊਗਾ। ਕਿਹੜੇ ਖਾਸ ਮੁੱਦੇ ਜਿਹੜੇ ਭਗਤ ਸਿੰਘ ਦੇ ਚੱਲਣ ਨੂੰ ਲੈ ਕੇ ਲੋਕਾਂ ਤੱਕ ਜਾਏ ਜਾਣਗੇ ਅੱਜ ਇਹ ਕਿੰਨੀ ਲੋਕ ਬਾਤ ਹੈ ਜਨਤਾ ਤੋਂ ਇਹ ਧਰਮਾਂ ਦੀ ਸਮਾਜ ਦਾ ਕੰਮ ਕਰ ਲੈ ਕੇ ਜਾਵਾਂਗੇ ਇਹਦੇ ਨਾਲ ਜੁੜੇ ਹੋਏ ਨੇ ਸਿੱਖੀ ਉਹ ਵੀ ਇਹ ਸੱਚੀ ਦੀ ਗੱਲ ਦਾ ਸਿੱਧਾ ਹੈ। ਉਹ ਵੀ ਇਹਨਾਂ ਦੀ ਰੋਟੀ ਲੋਕਾਂ ਦੀ ਲੋਕਾਂ ਦੀ ਰੋਟੀ ਖੋਹ ਰਹੇ ਨੇ। ਛੋਟਾ ਦੁਕਾਨਦਾਰ, ਛੋਟਾ ਵਪਾਰੀ, ਛੋਟਾ ਖੱਤਾ, ਮਜ਼ਦੂਰ, ਕਿਸਾਨ, ਮੁਲਾਜ਼ਮ ਇਹ ਸਾਰੇ ਸਰਲਦੇ ਜਾ ਰਹੇ ਨੇ। ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸੰਘਰਸ਼ ਕਰਦੇ ਨੇ। ਇਹ ਜਿਹੜਾ ਤੁਸੀਂ ਕਹਿੰਦੇ ਸਾਹਮਣੇ ਵਿਰੋਧੀ ਬਣਾਵਾਂਗੇ, ਸਾਹਮਣੇ ਵਿਰੋਧੀ ਕੀ ਸੰਦੇਸ਼ ਹੋਣਾ ਹੈ ਵਿਰੋਧੀ ਇਹ ਕੀ ਹੈ ਨੀਤੀਆਂ ਛਿੱਟੇ ਅਸੀਂ ਨੇ ਕਿੰਨਾ ਕੀਤਾ ਦੇਸ਼ ਦੇ ਹਿੱਤ ਗਿਆ, ਉਹਦਾ ਮੁਨਾਫਾ ਪਾਉਣ ਲੈ ਗਿਆ, ਮੁਨਾਫੇ ਕਿਹਦੇ ਵਧੇ, ਕਰਜ਼ਾ ਕਿਹਦੇ ਸਿਰ ਚੜਿਆ, ਇਹ ਦਿਖਾਵਾਂਗੇ ਲੋਕਾਂ ਨੂੰ। ਇਹ ਆਪਣੀ ਖੁਸ਼ੀਆਂ ਕਰ ਰਹੇ ਨੇ, ਕਿਸਾਨ ਖੁਸ਼ੀਆਂ ਕਰ ਰਹੇ ਨੇ, ਮਜ਼ਦੂਰ ਖੁਸ਼ੀਆਂ ਕਰ ਰਹੇ ਨੇ, ਕਾਰਪੋਰੇਟਾਂ ਦੇ ਮੁਨਾਫੇ ਵੱਧ ਰਹੇ ਨੇ। ਜਿੱਦਾਂ ਪਹਿਲਾਂ ਬੜੇ ਮੁਨਾਫੇ ਹੋ ਗਏ, ਸਾਡੇ ਸਿਰ ਕਰਜ਼ਾ ਵਧ ਗਿਆ, ਉਹਨਾਂ ਦੇ ਮੁਨਾਫੇ ਵਧ ਗਏ। ਇਹ ਦਿਖਾਵਾਂਗੇ ਕੋਈ ਸੰਦੇਸ਼ ਨਹੀਂ ਕਾਰਨ ਵੀ ਦੇਊਂਗੇ ਅੱਜ ਦਾ ਸਹੀ ਸੰਦੇਸ਼ ਹੈ। ਮੋਰਚਾ ਚੱਲਦਾ ਮੋਰਚਾ ਜਾਓ, ਮੋਰਚੇ ਫਸੋ, ਉਹਦੇ ਵਿੱਚ ਆਪਣਾ ਦਿਲ ਜੋੜ ਦਿਓ। ਲੰਮੀ ਲੜਾਈ ਹੈ, ਵੱਡੀ ਲੜਾਈ ਹੈ, ਜਿੱਤ ਕੇ ਆਉਣ ਵਾਲੇ ਦਿਨਾਂ 'ਚ ਬੰਨੀਏ ਜਿਵੇਂ ਅੱਜ ਦਾ ਕੱਟ ਕੀਤਾ ਗਿਆ, ਇਹ ਆਉਣ ਵਾਲੀ ਵੱਡੀ ਇੱਕ ਨਵੀਂ ਹੋਰ ਵੱਡਾ ਇੱਕ ਉਪਰਾਲਾ ਹੈ ਕਿ ਹੋਰ ਵੀ ਇਸ ਵੱਧ ਕੇ ਕੱਟ ਕੀਤਾ ਜਾਊਗਾ। ਦੇਖੋ ਜਿਹੜੇ ਲੜਾਈਆਂ ਹੋਈਆਂ ਨੇ ਕੱਟੇ ਕੱਟ ਹੁੰਦੇ ਨੇ ਜਾਂਦੇ ਸੰਘਰਸ਼ ਦੇ ਵਿੱਚ ਸਾਰਾ ਖਰਾਬ ਹੁੰਦੀ ਹੈ। ਉਹ ਆਪੇ ਜਾਂਦਾ ਜੇ ਕੱਟ ਕੱਲ ਦੇ ਬੰਦ ਨੇ ਜਿੱਦਾਂ ਇਹ ਅੰਦੋਲਨ ਆਪੇ ਦਿੱਤੀ ਹੈ, ਇਹ ਕੱਟ ਵੀ ਪੰਜਾਬ ਦੇ ਲੋਕਾਂ ਨੂੰ ਹਜ਼ਾਰਾਂ ਦੇ ਅੱਜ ਪ੍ਰਧਾਨ ਮੰਤਰੀ ਮੋਦੀ ਵੱਲੋਂ 35 ਬੱਸਾਂ ਦੇ ਨਵੇਂ ਰੇਟ ਤੈਅ ਜੋ ਅਨਾਉਂਸ ਜਾ ਰਹੇ ਨੇ। ਬਸ ਨਵਾਂ ਰੇਟ ਤੈਅ ਕੀਤੇ ਜਾ ਰਹੇ ਸਾਡੇ ਰੇਟ ਨਵੇਂ ਪ੍ਰਧਾਨ ਮੰਤਰੀ ਵੱਲੋਂ ਅਨਾਉਂਸ ਕੀਤੇ ਜਾ ਰਹੇ ਨੇ। ਨਵੀਆਂ 35 ਕਿਹੜੀਆਂ ਸਭ ਰੇਟ ਤੈਅ ਕੀਤੇ ਜਾ ਰਹੇ ਨਵੇਂ कैसे जीते हैं इस दुनिया को बताए अब तेरी लाज बचाने आजादी का शोला बन के खून रगों में डोला मेरा रब दे सारे जनता को कंधे का हराओ बसंती चोला बसंती चोला
ਤੋਂ ਪੱਤਰਕਾਰ ਵੀਰਾਂ ਨੇ ਫੋਟੋਆਂ ਲੈਣੀਆਂ ਹੈ। ਸ਼ਾਮਰਾਜਵਾਦ ਮੁਰਦਾਬਾਦ, ਸ਼ਾਮਰਾਜ ਦੇ ਸ਼ਾਹੂਕਾਰ, ਇਹਨਾਂ ਦੇ ਜੋ ਦੇਸੀ ਯਾਰ, ਇਹਨਾਂ ਦੇ ਜੋ ਦੇਸੀ ਯਾਰ, ਸਰਦਾਰ ਭਗਤ ਸਿੰਘ ਅਮਰ ਰਹੇ, ਸ਼ਹੀਦ ਆਜ਼ਮ ਸਾਹਿਬ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾ ਕੇ ਰਹਾਂਗੇ। ਮੋਦੀ ਇਨਕਲਾਬ ਜ਼ਿੰਦਾਬਾਦ, ਸ਼ਾਮਰਾਜਵਾਦ ਮੁਰਦਾਬਾਦ। ਵੱਡੀ ਗਿਣਤੀ ਦੇ ਵਿੱਚ ਤੇ ਉਦੋਂ ਵੱਡੀ ਭੈੜੀ ਨੀਤ ਦੇ ਨਾਲ, ਖੂੰਖਾਰ ਸ਼ਕਤੀ ਦੇ ਨਾਲ ਸਾਡੇ ਕਿਰਤੀ ਲੋਕਾਂ ਦੀ ਰੱਤ ਨਿਚੋੜਨ ਖਾਤਰ ਬਹੁ ਰਾਸ਼ਟਰੀ ਕੰਪਨੀ ਤਿੰਨ ਚਾਰ ਘੰਟੇ ਜਿੰਨੀ ਵੀ ਤਕਲੀਫ ਆਉਂਦੀ ਆ, ਬਹੁਤ ਤਕਲੀਫ ਆਊਗੀ, ਮੈਨੂੰ ਪਤਾ ਹੈ। ਗਰਮੀ ਆ, ਪਰ ਉਹਨੂੰ ਯਾਦ ਕਰਦਿਆਂ ਹੋਣਾ ਇਹ ਸਾਰੀ ਤਕਲੀਫ ਨੂੰ ਝੱਲਣਾ ਆਪਾਂ ਯਾਦ ਕਰਾਂਗੇ ਤੇ ਨਾਲ ਹੀ ਨਾਲ ਉਹ ਧੁਨਾਂ ਲੱਗਣੀਆਂ। ਧੁਨਾਂ ਤੋਂ ਬਾਅਦ ਆਪਾਂ ਨਾਰਿਆਂ ਦੀ ਗੂੰਜ ਦੇ ਨਾਲ ਕਵਰੇਜ ਵਾਲੇ ਆ, ਡਰੋਨ ਵਾਲੇ ਵੀਰ ਆ, ਸਾਰੇ ਚੌਕ ਸੋ ਕੇ ਸਾਰੇ ਇਕੱਠ ਦੀ ਹਾਜ਼ਰੀ ਲੱਗ ਸਕੇ। ਤੇ ਮੈਂ ਹੁਣ ਬੇਨਤੀ ਕਰਾਂ ਉਧਰ ਧੁਨਾਂ ਵਾਲੇ ਵੀਰ ਨੂੰ, ਮੇਰਾ ਰੰਗ ਦੇ ਬਸੰਤੀ ਚੋੜਾ ਜੋ ਭਗਤ ਸਿੰਘ ਦਾ ਗੀਤ ਸੀ ਗਾਇਆ ਕਰਦੇ ਸੀ, ਬੜਾ ਮਕਬੂਲ ਗੀਤ ਹੋਇਆ, ਉਹ ਧੁਨਾਂ ਦੇ ਨਾਲ ਆਪਾਂ ਸੋਤਾਂ ਜੋੜਾਂਗੇ। ਆਓ ਜੀ। ਅਸੀਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਦੇ ਤੌਰ ਤੇ ਗੁਰਸ਼ਰਨ ਭਾਜੀ ਨੇ ਜਿਹਦੀ ਨੀਂਹ ਰੱਖੀ ਸੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸਲ 'ਚ ਅੱਜ ਬਰਨਾਲੇ ਦੀ ਧਰਤੀ ਤੇ ਕਲਮ, ਕਲਾ, ਰੰਗਮੰਚ, ਮਜ਼ਦੂਰ ਤੇ ਕਿਸਾਨ, ਬੁੱਧੀਜੀਵੀ ਤੇ ਸੰਘਰਸ਼ੀ ਲੋਕ ਉਹ ਜੋਟੀ ਪਾਈ, ਉਹਨਾਂ ਨੇ ਜੋਟੀ ਪਾਈ ਆ। ਅੱਜ ਇੱਕ ਤਰ੍ਹਾਂ ਦੇ ਨਾਲ ਇਹ ਇਤਿਹਾਸਿਕ ਇਕੱਠ ਹੈ ਜਿਹੜਾ ਇਹ ਕਹਿਣ ਆਇਆ ਹੈ ਕਿ ਇੱਕ ਰਸਤਾ ਹੈ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਸਾਹਮਣੇ ਕਿ ਵੋਟਾਂ ਪਾਓ, ਇੱਕ ਜਾਂ ਦੂਜੀ ਸਰਕਾਰ ਨੂੰ ਬਣਾ ਲਓ। ਅਸੀਂ ਇਹ ਕਹਿਣ ਆਏ ਹਾਂ ਕਿ 75 ਸਾਲ ਤੋਂ ਇਹੀ ਕੁਝ ਹੁੰਦਾ ਆ ਰਿਹਾ ਹੈ, ਕੁਝ ਨਹੀਂ ਬਣਨਾ ਉਸ ਰਾਹ ਤੇ। ਤੁਹਾਡੀ ਮੁਕਤੀ ਤੁਹਾਡੀ ਘੋਲਾਂ ਨਾਲ ਹੋਣੀ ਆ, ਸੰਘਰਸ਼ ਨਾਲ ਹੋਣੀ ਆ, ਜਥੇਬੰਦੀ ਨਾਲ ਹੋਣੀ ਆ। ਹੁਣ ਨਾਲੋਂ ਵੀ ਵੱਧ ਤਕੜੀਆਂ ਕਰੋ ਤੇ ਭਗਤ ਸਿੰਘ ਦੇ ਰਾਹ ਤੇ ਹੋਣੀ ਆ, ਜਿਹੜਾ ਰਾਹ ਕੋਈ ਹਿੰਸਾ ਦਾ ਰਾਹ ਨਹੀਂ, ਜਿਹੜਾ ਰਾਹ ਵੋਟਾਂ ਦਾ ਵੀ ਰਾਹ ਨਹੀਂ, ਜਿਹੜਾ ਰਾਹ ਘੋਲਾਂ ਦਾ ਰਾਹ ਆ। ਉਸ ਮੁਕਤੀ ਨੇ ਡਰਾਈਵਰ ਨਹੀਂ ਬਦਲਣੇ, ਇਹ ਸਿਸਟਮ ਬਦਲਣਾ। ਹੁਣ ਤਾਂ ਇਕੱਲੇ ਡਰਾਈਵਰ ਬਦਲਦੇ ਆਉਂਦੇ ਨੇ। ਸਿਸਟਮ ਬਦਲਣ ਦਾ ਮਤਲਬ ਕੀ ਆ? ਇਹਦਾ ਮਤਲਬ ਹੈ ਵਿਦੇਸ਼ੀ ਤੇ ਦੇਸ਼ੀ ਪੂੰਜੀ ਤੋਂ ਮੁਲਕ ਨੂੰ ਮੁਕਤ ਕਰਾਉਣਾ ਹੈ, ਜਗੀਰਦਾਰੀ ਤੇ ਸਰਮਾਏਦਾਰੀ ਤੋਂ ਮੁਕਤ ਕਰਾਉਣਾ। ਇਹ ਦੇਸ਼ ਅਡਾਨੀਆਂ ਤੇ ਅੰਬਾਨੀਆਂ ਦੇ ਪਿਓ ਦੀ ਜਗੀਰ ਨਹੀਂ ਹੈ, ਇਹ ਦੇਸ਼ ਦੇ ਲੋਕਾਂ ਦਾ ਦੇਸ਼। ਇਸ ਕਰਕੇ ਅਗਲੇ ਸਮੇਂ ਜਿਹੜੀ ਜੰਗ ਭਗਤ ਸਿੰਘ ਹੋਰਾਂ ਨੇ ਆਜ਼ਾਦੀ ਦੀ ਲੜੀ ਸੀ, ਉਹਦੀ ਜਿਹੜੀ ਕਵਿਤਾ ਅਧੂਰੀ ਹੈ, ਉਸ ਕਵਿਤਾ ਨੂੰ ਪੂਰੀ ਕਰਨ ਦਾ ਅੱਜ ਅਹਿਦ ਲਿਆ ਜਾਊਗਾ ਕਿ ਜਿੱਥੇ ਭਗਤ ਸਿੰਘ ਵਰਕਾ ਮੋੜ ਕੇ ਗਿਆ ਜੇਲ੍ਹ 'ਚ ਬੈਠਾ ਕਿਤਾਬ ਦਾ, ਉਹ ਵਰਕਾ ਖੋਲ ਕੇ ਆਓ ਸਿੱਧਾ ਕਰੀਏ, ਇਹ ਰਸਤਾ। ਨੰਬਰਾਂ ਤੇ ਜੱਗ ਵੇਖੇ ਪਾਸ ਕੀਤਾ, ਟੌਪ ਦੇ ਨੰਬਰਾਂ ਤੇ ਜੱਗ ਵੇਖੇ ਪਾਸ ਕੀਤਾ, ਜ਼ਿੰਦਗੀ ਦਾ ਜ਼ਿੰਦੇ ਇਮਤਿਹਾਨ। ਸਲਾਮ ਨੀ ਜਵਾਨੀ ਸਲਾਮ, ਆਉਣ ਵਾਲਾ ਕੱਲ ਤੇਰੇ ਨਾਮ। ਸਲਾਮ ਨੀ ਜਵਾਨੀ ਸਲਾਮ, ਆਉਣ ਵਾਲਾ ਕੱਲ ਤੇਰੇ ਨਾਮ। ਬਾਬਾ ਪੀ ਬਿਸਮਿਲ ਤੇ ਅਸ਼ਫਾਕ ਉੱਲਾ ਤੂੰ ਬਾਰਸ ਗਦਰੀ ਬਾਬਿਆਂ ਦੀ। ਵੇਖ ਲੈ ਨਦੀਆਂ ਵਿੱਚ ਵਸਦੀ ਗੁਲਾਬ ਕੌਰ, ਵੇਖ ਲੈ ਨਦੀਆਂ ਵਿੱਚ ਵਸਦੀ ਗੁਲਾਬ ਕੌਰ, ਉੱਠੀ ਪਈਏ ਬਣ ਕੇ ਤੂਫਾਨ। ਸਲਾਮ ਨੀ ਜਵਾਨੀ ਸਲਾਮ, ਸਲਾਮ ਨੀ ਜਵਾਨੀ ਸਲਾਮ, ਸਲਾਮ ਨੀ ਜਵਾਨੀ ਸਲਾਮ। ਸਮਿਆਂ ਦੀ ਤੂੰ ਨਵਦੀਪ ਧੌਲਾ ਜੀ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਨਗੇ। ਉਸ ਤੋਂ ਬਾਅਦ ਆਪਾਂ ਜਿਹੜੀ ਰਸਮ ਹੈ ਅੱਜ ਦੇ ਪ੍ਰੋਗਰਾਮ ਦੀ ਉਹ ਸ਼ੁਰੂ ਕਰਾਂਗੇ। ਬੁਲਾਰਿਆਂ ਦੀ ਲੜੀ ਸ਼ੁਰੂ ਕਰਨੀ ਹੈ ਤੇ
ਨਾਲ ਸੰਗਲੀ ਪਾਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਦੀ ਰਾਤ ਨੂੰ ਰੁਸ਼ਨਾਵੇ ਨੰਬਰਾਂ ਤੇ ਜੱਗ ਵੇਖੇ ਪਾਸ ਕੀਤਾ ਟੌਪ ਦੇ ਨੰਬਰਾਂ ਤੇ ਜੱਗ ਵੇਖੇ ਪਾਸ ਕੀਤਾ ਜ਼ਿੰਦਗੀ ਦਾ ਜ਼ਿੰਦੇ ਇਮਤਿਹਾਨ ਸਲਾਮ ਨੀ ਜਵਾਨੀ ਸਲਾਮ ਆਉਣ ਵਾਲਾ ਕੱਲ ਤੇਰੇ ਨਾਲ ਸਲਾਮ ਨੀ ਜਵਾਨੀ ਸਲਾਮ ਆਉਣ ਵਾਲਾ ਕੱਲ ਤੇਰੇ ਨਾਲ ਬਾਬਾ ਪੀ ਬਿਸਮਿਲ ਤੇ ਅਸ਼ਫਾਕ ਉੱਲਾ ਤੂੰ ਬਾਰ ਸਿਕਦਰੀ ਬਾਬਿਆਂ ਦੀ ਵੇਖ ਲੈ ਨਦੀਆਂ ਵਿੱਚ ਵਸਦੀ ਗੁਲਾਬ ਕੌਰ ਵੇਖ ਲੈ ਨਦੀਆਂ ਵਿੱਚ ਵਸਦੀ ਗੁਲਾਬ ਕੌਰ ਉੱਠੀ ਪਈਏ ਬਣ ਕੇ ਤੂਫਾਨ ਸਲਾਮ ਨੀ ਜਵਾਨੀ ਸਲਾਮ ਸਲਾਮ ਨੀ ਜਵਾਨੀ ਸਲਾਮ ਸਲਾਮ ਨੀ ਜਵਾਨੀ ਸਲਾਮ ਸਮਿਆਂ ਦੀ ਤੂੰ ਨਵਦੀਪ ਧੌਲਾ ਜੀ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਨਗੇ। ਉਸ ਤੋਂ ਬਾਅਦ ਆਪਾਂ ਜਿਹੜੀ ਰਸਮ ਹੈ ਅੱਜ ਦੇ ਪ੍ਰੋਗਰਾਮ ਦੀ ਉਹ ਸ਼ੁਰੂ ਕਰਾਂਗੇ। ਬੁਲਾਰਿਆਂ ਦੀ ਲੜੀ ਸ਼ੁਰੂ ਕਰਨੀ ਹੈ ਤੇ ਨੌਜਵਾਨ ਭਾਰਤ ਜੀ ਦੀ 1 ਮਿੰਟ ਤੱਕ ਵਿਚਾਲੇ ਵਿਚਾਲੇ ਜ਼ਰੂਰੀ ਸੂਚਨਾ ਆ ਗਈ। ਆ ਬਟੂਆਂ ਵਾਲਾ ਪਹਿਲਾਂ ਵੀ ਬੋਲਿਆ ਸੀ, ਬਟੂਆਂ ਵਾਲੇ ਵੀਰ ਭਾਈ ਮਹਾਰਾਜ ਉਹਨਾਂ ਤੋਂ ਅੱਗੇ ਸਾਡੇ ਪੁਰਾਣੇ ਬਹੁਤ ਛੋਟੇ ਜਰਨੈਲ ਕਹਾਂਗੇ ਕਹਾਣੀਕਾਰਾ ਕਰਨੀ ਸੀ ਉਹ ਵੀ ਕਹਿੰਦੇ ਅਸੀਂ ਅੱਜ ਗੀਤ ਗਾਉਣਾ। ਉਸ ਤੋਂ ਬਾਅਦ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਹ ਤਿਆਰ ਰਹਿਣਾ। ਉਸ ਤੋਂ ਅੱਗੇ ਬੀਬੀ ਸੁਖਪਾਲ ਕੌਰ ਅਗਲਾ ਗੀਤ ਉਹਨਾਂ ਦਾ ਹੋਣਾ। ਆਦਮ ਭਗਤ ਸਿੰਘ ਜਿੰਦਾਬਾਦ। ਉਹੀ ਕਵਿਤਾ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਂ। ਪੁਰਾਣਾ ਸਮਾਂ ਯਾਦ ਰਹੀ ਨਹੀਂ, ਭੁੱਲ ਗਿਆ ਬਹੁਤ। ਕੋਈ ਸ਼ਹੀਦੀ ਸੇਰਾ ਤਖਤ ਸਖਤਾ ਸ਼ੇਰ ਜੇ ਹੋਵੇ ਖਾਈ ਜਾਂਦਾ ਗਾਵਾਂ ਨੂੰ ਡੁੱਬਣਾ ਨੇੜੇ ਆਇਆ ਜਾਣੂ ਰਾਜ ਦਾ ਬੇੜਾ ਜਾ। ਇਸ ਤਰ੍ਹਾਂ ਗਾਇਆ ਕਰਦਾ ਸੀ ਮੈਂ। ਇੱਕ ਵੇਲਾ ਐਸਾ ਆਇਆ ਨੇ ਪਾਇਆ ਪੁੱਠਾ ਗੇੜਾ ਕੋਈ ਐਸਾ ਹਜੇ ਹਾਲਾਂਕਿ ਡਿਸਾਈਡ ਨਹੀਂ ਹੋਇਆ। ਕਿੱਦਾਂ ਦੀ ਲੱਗਦਾ ਹੈ ਸੇਵਾ ਜਿਹੜੀ ਦੂਜਾ ਟਰਮ ਕਿੱਦਾਂ ਦਾ ਰਹੇਗਾ? ਬਹੁਤ ਜਦੋਂ ਵੀ ਕੋਈ ਜ਼ਿੰਮੇਵਾਰੀ ਮਿਲਦੀ ਹੈ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ, ਜਿੱਥੇ ਖੁਸ਼ੀ ਵੀ ਹੁੰਦੀ ਹੈ ਮਨ ਨੂੰ ਵੀ ਤੁਹਾਡੀ ਸਰਵਿਸਿਜ਼ ਨੂੰ ਤੁਹਾਡੀ ਵਰਕਿੰਗ ਨੂੰ ਰੈਕਗਨਾਈਜ਼ ਕੀਤਾ ਜਾ ਰਿਹਾ ਪਾਰਟੀ ਵੱਲੋਂ, ਖਾਸ ਤੌਰ ਤੇ ਨਵੇਂ ਚੀਫ ਮਿਨਿਸਟਰ ਵੱਲੋਂ, ਤੇ ਇੱਕ ਮਨ ਨੂੰ ਤਸੱਲੀ ਜੀ ਹੁੰਦੀ ਹੈ। ਤੇ ਜ਼ਰੂਰਤ ਇਹ ਹੈ ਟਾਈਮ ਥੋੜ੍ਹਾ ਆ, ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਦੇ ਵਿੱਚ ਡਿਲੀਵਰ ਕਰਨਾ ਹੈ। ਤੇ ਮੈਂ ਸਮਝਦਾ ਹਾਂ ਜੋ ਸਾਡੇ ਚੀਫ ਮਿਨਿਸਟਰ ਸਾਹਿਬ ਵੀ ਸਮਝਦੇ ਆ ਵੀ ਸਾਨੂੰ 24/7 ਕੰਮ ਕਰਨਾ ਪੈਣਾ ਆ। 3 ਮਹੀਨੇ 'ਚ ਹਲੇ ਕਾਫੀ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਤੇ ਉਸੇ ਕੜੀ ਦੇ ਵਿੱਚ ਅਸੀਂ ਸਾਡੇ ਕੰਮਾਂ ਦੀ ਕੰਟੀਨਿਊਟੀ ਰਵੇ। ਅੱਜ ਮੈਂ ਇੱਥੇ ਆਇਆ ਇੱਕ ਮੀਟਿੰਗ ਲਵਾਂਗਾ, ਪਰ ਜੋ ਇੱਕ ਹੋਣਾ ਚਾਹੀਦਾ ਹੈ ਪ੍ਰੋਟੋਕੋਲ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਲਾਮੀ ਦਿੱਤੀ ਗਈ। ਮੈਂ ਤਾਂ ਚਾਹਾਂਗਾ ਵੀ VIP ਕਲਚਰ ਜਿਵੇਂ ਸਾਡੇ CM ਵੀ ਚਾਹੁੰਦੇ ਘੱਟੋ ਘੱਟ ਹੋਣਾ ਚਾਹੀਦਾ, ਕੰਮਾਂ ਵੱਲ ਜ਼ਿਆਦਾ ਫੋਕਸ ਹੋਣਾ ਚਾਹੀਦਾ। ਆਫੀਸਰਸ ਜਿੰਨੇ ਜ਼ਿਆਦਾ ਆਪਣੇ ਆਫਿਸ 'ਚ ਬੈਠ ਕੇ ਪਬਲਿਕ ਦੀਆਂ ਸੁਣਨਗੇ ਤਕਲੀਫਾਂ ਉਨੀ ਜ਼ਿਆਦਾ ਡਿਲੀਵਰੀ ਹੋਵੇਗੀ। ਸਰ ਜਿਵੇਂ ਕਿ ਝੋਲੇ ਦਾ ਸੀਜ਼ਨ ਆ ਰਿਹਾ ਉਸ ਲੈ ਕੇ ਕਿੱਦਾਂ ਦੀਆਂ ਤਿਆਰੀਆਂ ਹੈਗੀਆਂ ਤੁਹਾਡੀਆਂ? ਜਦੋਂ ਪੋਰਟਫੋਲੀਓ ਤੋਂ ਪਹਿਲਾਂ ਅਸੀਂ ਤਕਰੀਬਨ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਸੀਗੇ। ਜਿੰਨੀਆਂ ਸਾਡੇ CCL ਦੀ ਤਿਆਰੀ, ਮੰਡੀਆਂ ਦੀ ਤਿਆਰੀ, ਬੈਗਸ ਦੀ ਪ੍ਰੋਕਿਉਰਮੈਂਟ, ਸਾਡੇ ਕਵਰਸ ਵਗੈਰਾ, ਸ਼ੈਲਰ, ਮੰਡੀ ਲਿੰਕੇਜ, ਉਹ ਸਾਰਾ ਸਾਡੀ ਤਿਆਰੀ ਪੂਰੀ ਸੀਗੀ। ਪਰ ਹੁਣ ਜਿਵੇਂ ਪੋਰਟਫੋਲੀਓ ਮਿਲਣਗੇ ਜਿਹਨੂੰ ਇਹ ਕੰਮ ਮਿਲੇਗਾ, ਪਰ ਪੰਜਾਬ ਸਰਕਾਰ ਮੈਂ ਇਹ ਤੁਹਾਨੂੰ ਆਪਣੇ ਕਨਵਿੰਸਿੰਗਲੀ ਕਹਿ ਸਕਦਾ ਪ੍ਰੋਕਿਉਰਮੈਂਟ ਲਈ ਬਿਲਕੁਲ ਤਿਆਰ ਹੈ। ਕਿਸੇ ਵੀ ਕਿਸਾਨ ਨੂੰ, ਕਿਸੇ ਆੜ੍ਹਤੀ ਜਾਂ ਟਰਾਂਸਪੋਰਟਰ ਨੂੰ
ਕੋਈ ਸ਼ੈਲਰ ਵਾਲੇ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਬਹੁਤ ਡਿਲੇ ਹੋ ਰਹੀ ਹੈ। ਇਹ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ। ਆਖਰੀ ਸਵਾਲ ਹੈ, ਜਿੱਦਾਂ ਕਿ ਕਿਸਾਨ ਜਿਹੜੇ ਆ ਲਗਾਤਾਰ ਵਿਰੋਧ ਕਰ ਰਹੇ ਰਾਜਨੀਤਿਕ ਪਾਰਟੀਆਂ ਦਾ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਪੰਜਾਬ ਦੀ ਥਾਂ ਤੇ ਹਰਿਆਣੇ ਜਾ ਕੇ ਪ੍ਰਚਾਰ ਕਰ ਰਹੇ, ਲੱਗਦਾ ਕਿ ਡਰੇ ਹੋਏ ਨੇ ਬੇਅਦਬੀਆਂ ਤੇ ਕਿਸਾਨਾਂ ਦੇ ਵਿਰੋਧ ਦੇ ਕਰਕੇ। ਇਹ ਜਿਹੜਾ ਅੱਜ ਕਿਸਾਨਾਂ ਨੂੰ ਐਜੀਟੇਸ਼ਨ ਕਰਨਾ ਚਾਹ ਰਿਹਾ, ਇਹਦੇ 'ਚ ਕਾਫੀ ਹੱਦ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਅੰਦਰ ਬੈਠ ਕੇ ਇਹ ਬਿੱਲ ਪਾਸ ਕਰਾਇਆ ਤੇ ਹੁਣ ਇਹ ਕੋਸ਼ਿਸ਼ ਕਰ ਰਹੇ ਆ ਉਸੇ ਚੀਜ਼ ਨੂੰ ਕਿਸੇ ਦੂਸਰਿਆਂ ਤੇ ਮੜਨ ਦੀ। 2-3 ਮਹੀਨੇ ਉਹਨੂੰ ਜਸਟੀਫਾਈ ਕਰਦੇ ਰਹੇ, ਮਿਸਿਸ ਬਾਦਲ ਕਰਦੇ ਰਹੇ, ਸੁਖਬੀਰ ਹੋਣੀ ਕਰਦੇ ਰਹੇ, ਹੋਰ ਤਾਂ ਹੋਰ ਜਿਹਨੇ ਸਾਰੀ ਜ਼ਿੰਦਗੀ ਸ਼ਾਨ ਨਾਲ ਕੱਟੀ ਸਾਡੇ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਤੋਂ ਵੀ ਬਿਆਨ ਇਹਦੇ ਫੇਵਰ 'ਚ ਦਿਲਵਾਤਾ। ਅੱਜ ਯੂ ਟਰਨ ਲੈ ਕੇ ਲੋਕਾਂ ਦਾ ਰੋਹ ਦੇਖਦੇ ਹੋਏ, ਕਿਸਾਨਾਂ ਦੀ ਤਕਲੀਫ ਦੇਖਦੇ, ਉਦੋਂ ਨਹੀਂ ਸੀ ਨਜ਼ਰ ਆਈ, ਉਦੋਂ ਸਿਰਫ ਇਹਨਾਂ ਨੂੰ ਆਪਣੀ ਮਿਨਿਸਟਰੀ ਨਜ਼ਰ ਆਉਂਦੀ ਸੀਗੀ। ਹੁਣ ਅੱਜ ਕਹਿ ਰਹੇ ਨੇ ਤੇ ਉਹਨਾਂ ਨੂੰ ਇਹ ਭੁਗਤਣਾ ਵੀ ਪੈ ਰਿਹਾ। ਇੱਥੇ ਇਰੈਲੇਵੈਂਟ ਹੋ ਗਏ ਆ ਤੇ ਹੁਣ ਆਪਣੀ ਜ਼ਮੀਨ ਉੱਥੇ ਹਰਿਆਣੇ 'ਚ ਦੇਖਦੇ ਫਿਰਦੇ। ਠੀਕ ਹੈ, ਧੰਨਵਾਦ। शाम जी परे हो जाओ सर, 1 मिनट जी फोटो कर लीजिए जी। ना आ जाओ सर सामने जी। मेयर साहब हो गए वो, मेयर साहब आ जाओ नाल। हाँ जी कौन का जरा सीपी साहब नाल जाओ प्लीज। सबरवाल साहब नाल हो जाओ, सबरवाल नाल। हाँ जी लुक एट जी सर। नीरज ਜੀ ਭਾਜੀ ਕਾਨਫਰੰਸ ਕੀਤੀ, ਕੀ ਮਾਮਲਾ ਭਾਜੀ ਇਹ? ਹਾਂਜੀ ਕੀ ਮਾਮਲਾ ਭਾਜੀ ਤੁਹਾਡਾ ਤੇ ਕੀ ਮੋਟਿਵ ਹੈ ਕਿ ਅੱਜ ਦਾ ਤੁਸੀਂ ਪ੍ਰੈਸ ਕਾਨਫਰੰਸ ਰੱਖਾ ਰਹੇ ਹੋ? ਮੈਂ ਕੁਨਾਲ ਕੁਮਾਰ ਹਾਂਜੀ ਭਾਜੀ ਕੀ ਨਾਮ ਤੁਹਾਡਾ, ਤੁਸੀਂ ਕਾਨਫਰੰਸ ਕੀਤੀ ਗਈ ਅੱਜ? ਬਈ ਮੈਂ ਕੁਨਾਲ ਕੁਮਾਰ ਆ ਜੀ। ਮੈਂ ਆਪਣਾ ਕਰਮ ਸਰੋਣੀ ਮੇਰੀ ਫੈਕਟਰੀ ਹੈ, ਉੱਥੇ ਆਪਣਾ ਵਾਸ਼ਿੰਗ ਦਾ ਕੰਮ ਕਰਦਾ ਹਾਂ 3 ਨੰਬਰ ਗਲੀ ਵਿੱਚ। ਤੇ ਅੱਜ ਤੋਂ 2.5 ਦਿਨ ਪਹਿਲਾਂ ਮੇਰੀ ਫੈਕਟਰੀ 'ਚ ਚੋਰੀ ਹੋਈ ਸੀ। ਮੇਰਾ ਸ਼ਰਟਾ ਵੀ ਮੁੰਡਾ ਮੇਰੇ ਵਿਕਾਸ ਛਾਵੜਾ ਸਨ ਆਫ ਅਮਰੀ ਛਾਵੜਾ, ਉਹ ਮੇਰੀ ਫੈਕਟਰੀ 'ਚ ਮੇਰਾ ਮਾਸਟਰ ਵੀ ਸ਼ਰਟਾ ਚੋਰੀ ਕਰਕੇ ਲੈ ਗਿਆ। ਦੇਖਿਆ ਕਿ ਉਹ ਵਿਕਾਸ ਛਾਵੜਾ ਫੈਕਟਰੀ 'ਚ ਨਹੀਂ ਸੀਗਾ, ਤਾਲਾ ਲੱਗਿਆ ਸੀਗਾ। ਮੈਂ ਤਾਲਾ ਤੋੜ ਕੇ ਆਪਣੀ ਫੈਕਟਰੀ ਅੰਦਰ ਵੜਿਆ, ਇਹ ਮਾਲ ਕਿੱਥੇ ਉਹ ਕਿੱਥੇ ਹੈ, ਪਰ ਉਹ ਬੰਦੇ ਨੇ ਮੇਰਾ ਕੋਈ ਫੋਨ ਨਹੀਂ ਚੱਕਿਆ। ਜਿਹੜਾ ਵਿਕਾਸ ਛਾਪਾ ਆ ਐਜ਼ ਅ ਤੁਹਾਡਾ ਇੰਪਲਾਈ ਸੀ ਫੈਕਟਰੀ ਦੇ ਵਿੱਚ ਜਾਂ ਤੁਹਾਡਾ ਕੋਈ ਟਾਈਮ ਹੋ ਚੁੱਕਾ ਸੀ ਫੈਕਟਰੀ ਦੇ ਵਿੱਚ ਕੰਮ ਕਰਦੇ ਹੋਏ? 1 ਮਹੀਨਾ ਹੀ ਉਹਦੀ ਆਪ ਥਾਣੇ ਜਾ ਕੇ ਕੰਪਲੇਂਟ ਦਿੱਤੀ ਕਿ ਮੇਰੀ ਫੈਕਟਰੀ 'ਚ ਮਾਲ ਚੋਰੀ ਹੋਇਆ ਵਾ, ਤੇ ਪੁਲਿਸ ਨੇ ਆ ਕੇ ਕਾਰਵਾਈ ਕੀਤੀ ਜਾਵੇ, ਤੇ ਪੁਲਿਸ ਨੇ ਆਪਣੀ ਭਾਲ ਸ਼ੁਰੂ ਕਰ ਦਿੱਤੀ। ਤੇ ਸਭ ਉਹਨੇ ਮਾਲ ਜਿਹਨੂੰ ਦੇਖਿਆ ਜਾਂ ਬਰਾਮਦਗੀ ਹੋ ਚੁੱਕੀ ਹੈ? ਮੈਂ ਜਦੋਂ ਕੀਤੀਆਂ ਘੰਟਾ ਘਰ ਜਿਹਦਾ ਕੰਮ ਆ ਆਪਣਾ ਦੁਕਾਨਾਂ ਵਾਲੇ ਘੰਟਾ ਵਾ ਘਰ 'ਚ, ਉਹ ਲਾੜਦਾ ਮਾਲ ਲੈਂਦਾ ਵਾ। ਕੋਈ ਪੁਰਾਣਾ ਦੁਸ਼ਮਣੀ ਤਾਂ ਤੁਹਾਨੂੰ ਨਾਲ ਬਿੱਟੂ ਉਮਰ ਨਾਲ? ਨਹੀਂ ਬਿੱਟੂ ਉਮਰ ਮੈਂ ਜਾਣਦਾ ਨਹੀਂ, ਇਹਨਾਂ ਕਦੀ ਮਿਲਿਆ ਮੈਂ ਅੱਜ ਤੱਕ ਜ਼ਿੰਦਗੀ 'ਚ, ਇਹਨਾਂ ਕੋਈ ਦੁਸ਼ਮਣੀ ਨਹੀਂ ਹੈਗੀ ਨਾ ਮੈਂ ਜਾਣਦਾ। ਜੀ ਬਿੱਟੂ ਉਮਰ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈ? ਹਾਂ ਮੇਰੇ ਤੋਂ ਐਵੀਡੈਂਸ ਹੈਗਾ। ਚੋਰ ਖੁਦ ਆਪਣੀ ਵੀਡੀਓ 'ਚ ਕਹਿ ਰਿਹਾ ਕਿ ਮੈਂ ਬਿੱਟੂ ਉਮਰ ਨੂੰ ਮਾਲ ਵੇਚਿਆ। ਉਹਨੇ ਐਸਐਚਓ ਸਾਹਿਬ ਮੋਰੇ ਵੀ ਕਿਹਾ ਕਿ ਮੈਂ ਬਿੱਟੂ ਉਮਰ ਨੂੰ ਮਾਲ ਵੇਚਿਆ। ਦਫ਼ਤਰ ਆ ਫਿਰ ਨਾਮ ਦਫ਼ਤਰ
ਤੋਂ ਨਾਲ ਆਇਆ। ਹਾਂਜੀ ਕੀ ਨਾਂ ਹੈ ਭਾਜੀ ਤੁਹਾਡਾ? ਮੈਂ ਕੁਨਾਲ ਕੁਮਾਰ ਜੀ। ਕੀ ਕੰਮ ਕਰਦੇ ਹੋ? ਮੇਰਾ ਵਾਸ਼ਿੰਗ ਦਾ ਡਾਈਂਗ ਦਾ ਕੰਮ ਆ। ਸ਼ਰਟਾਂ ਵਾਸ਼ਿੰਗ ਆਪਣਾ ਕੋਟੀਆਂ ਵਗੈਰਾ ਪੈਂਟਾਂ ਸ਼ਰਟਾਂ ਬੈਠੀਆਂ ਮਾਲ ਲੈ ਕੇ ਵਾਸ਼ਿੰਗ ਕਰਦੇ ਹਾਂ ਜੀ ਡਾਈਂਗ ਜਿਹੜੀ ਤੁਸੀਂ FIR ਕਰਾਈ ਸੀ ਕਦੋਂ ਕਰਾਈ ਸੀ ਤੇ ਕਿਉਂ ਕਰਾਈ ਸੀ? ਇਹ FIR ਮੈਂ ਕੰਪਲੇਂਟ ਦਾ 2 ਤਰੀਕ ਆਪਣਾ 3 ਤਰੀਕ ਨੂੰ ਕੰਪਲੇਂਟ ਦਿੱਤੀ ਸੀ ਥਾਣੇ 3 ਕਿਹੜੇ ਥਾਣੇ? ਟਿੱਬਾ ਥਾਣੇ ਜੀ। ਤੇ FIR ਉਸ ਤੋਂ ਬਾਅਦ 13 ਤਰੀਕ 8ਵੇਂ ਮਹੀਨੇ FIR ਦਰਜ ਹੋਈ ਸੀ। ਕਿੰਨਾ ਟਾਈਮ ਲੱਗਿਆ? ਇਹ ਮਤਲਬ ਰੋਜ਼ ਮੈਂ ਗੇੜੇ ਮਾਰਦਾ ਰਿਹਾ ਥਾਣੇ 'ਚ ਗੇੜੇ ਮਾਰਦਾ ਰਿਹਾ ਕਿ ਮੇਰੀ ਕਾਰਵਾਈ ਕਰੋ, ਮੇਰਾ ਮਾਲ ਲੱਭੋ, ਪੁਲਿਸ ਜਾਂ ਚੋਰ ਲੱਭੋ। ਕਿਹਦੇ ਖਿਲਾਫ ਕਰਾਈ FIR? ਮੈਂ FIR ਆਪਣਾ ਵਿਕਾਸ ਛਾਬੜਾ, ਅਮਰਜੀਤ ਛਾਬੜਾ ਤੇ ਬਿੱਟੂ ਗੁੰਬਰ ਦੇ ਖਿਲਾਫ ਕਰਾਈ ਹੈ। ਇਹ ਕੌਣ ਹੈ ਅਮਰਜੀਤ ਛਾਬੜਾ ਤੇ ਵਿਕਾਸ ਛਾਬੜਾ ਤੇ ਬਿੱਟੂ ਗੁੰਬਰ? ਵਿਕਾਸ ਛਾਬੜਾ ਮੇਰੀ ਫੈਕਟਰੀ 'ਚ ਕੰਮ ਕਰਦਾ ਜੀ, ਮੇਰੇ ਕੋਲ ਲੇਬਰ ਸੀਗਾ। ਤੇ ਅਮਰਜੀਤ ਛਾਬੜਾ ਦਾ ਡੈਡੀ ਆ ਵਿਕਾਸ ਛਾਬੜਾ ਦਾ। ਤੇ ਜਿਹੜਾ ਬਿੱਟੂ ਗੁੰਬਰ ਆ ਉਹ ਲਾਟੀਆ ਵਾ ਘੰਟਾਘਰ ਚੌਂਕ 'ਚ। ਤੇ ਇਹਨਾਂ ਨੇ ਵਿਕਾਸ ਛਾਬੜਾ ਤੇ ਅਮਰਜੀਤ ਛਾਬੜਾ ਮੇਰਾ ਮਾਲ ਫੈਕਟਰੀ 'ਚ ਚੋਰੀ ਕਰਕੇ ਉਹਨੂੰ ਵੇਚਿਆ ਸੀਗਾ ਬਿੱਟੂ ਗੁੰਬਰ। ਕਿੰਨੇ ਦਾ ਮਾਲ ਸੀ ਚੋਰੀ ਕੀਤਾ? ਮਾਲ ਦਾ ਨੀਅਰ ਅਮਾਊਂਟ 10 ਲੱਖ ਦਾ ਹੋਊਗਾ ਮਾਲ। ਕੀ ਸੀ ਮਾਲ? 16 ਵੀ ਛੱਡ ਦੇ ਵੀ ਸੀਗੇ। ਤੇ ਉਹ ਬਿੱਟੂ ਗੁੰਬਰ ਦੀ ਦੁਕਾਨ ਤੇ ਬਰਾਮਦ ਹੋਇਆ? ਨਹੀਂ ਬਰਾਮਦ ਨਹੀਂ ਹੋਇਆ ਕਿ ਚੋਰ ਕਹਿ ਰਹੇ ਜੇ ਚੋਰ ਫੜਿਆ ਹਫ਼ਤੇ ਬਾਅਦ ਮੈਨੂੰ ਚੋਰ ਮਿਲਿਆ ਸੀਗਾ। ਤੇ ਚੋਰ ਕਹਿ ਰਿਹਾ ਸੀ ਕਿ ਮਾਲ ਮੈਂ ਬਿੱਟੂ ਗੁੰਬਰ ਨੂੰ ਵੇਚਿਆ। ਪੁਲਿਸ ਨੇ ਕਾਰਵਾਈ ਕੀਤੀ ਕੋਈ? ਪੁਲਿਸ ਨੇ ਸਿਰਫ ਪਰਚਾ ਦਰਜ ਕੀਤਾ ਬਸ। ਬਿੱਟੂ ਗੁੰਬਰ ਤੇ ਕੀਤਾ? ਹਾਂਜੀ ਉਹਨਾਂ ਤੇ ਕੀਤਾ ਨਾਲ। ਤੇ ਬਿੱਟੂ ਗੁੰਬਰ ਤੋਂ ਮਾਲ ਬਰਾਮਦ ਹੋਇਆ ਕਿ ਨਹੀਂ? ਨਹੀਂ ਪੁਲਿਸ ਨੇ ਮੈਂ ਪੁਲਿਸ ਗਈ ਨਹੀਂ ਉਹਦੇ ਕੋਲ ਬਿੱਟੂ ਗੁੰਬਰ ਕਿਉਂ ਨਹੀਂ ਕੋਲ। ਜਾ ਰਹੀ? ਕੀ ਕਾਰਨ ਮੰਨਦੇ ਹੋ? ਜਿਹੜਾ ਬਿੱਟੂ ਗੁੰਬਰ ਆ ਉਹ ਵੱਡਾ ਰਸੋਗ ਵਾਲਾ ਕਹਿੰਦਾ ਕਿ ਮੈਂ ਮੇਰਾ ਵੱਡਾ ਰਸੋਗ ਆ। ਮੇਰੇ ਜਿਹੜੇ ਪੁਲਿਸ ਵਾਲੇ ਆ ਮੈਨੂੰ ਸਾਰੇ ਵੱਡੇ ਲੀਡਰ ਜਾਣਦੇ ਏਦਾਂ ਵੱਡੇ ਅਫਸਰ ਜਾਣਦੇ ਆ। ਰਾਜਨੀਤਿਕ ਪ੍ਰੈਸ਼ਰ ਕਹਿ ਰਹੇ ਹਾਂਜੀ ਕੀ ਰਾਜਨੀਤਿਕ ਪ੍ਰੈਸ਼ਰ ਹੋਊਗਾ ਤਾਂ ਪੁਲਿਸ ਉੱਤੇ ਰੇਡ ਨਹੀਂ ਕਰਦੇ। ਤੇ ਤੁਸੀਂ ਕਿਸੇ ਰਾਜਨੀਤਿਕ ਬੰਦੇ ਨੂੰ ਨਹੀਂ ਮਿਲੇ ਕਿ ਹਾਂ ਵੀ ਮੇਰੇ ਨਾਲ ਧੱਕਾ ਆਇਆ, ਮੇਰਾ ਮਾਲ ਚੋਰੀ ਹੋਇਆ, ਕਿਉਂ ਨਹੀਂ ਕਾਰਵਾਈ ਹੋਈ? ਨਹੀਂ ਮੈਂ ਕਿਹਾ ਮੈਂ ਆਮ ਬੰਦਾ ਮੈਂ ਕਿੱਥੇ ਜਾ ਸਕਦਾ ਹਾਂ ਕਿ ਮੈਂ ਤਾਂ ਕੰਮ ਕਰਨਾ। ਕੰਪਲੇਂਟ ਕੀਤੀ ਤੁਸੀਂ ਕਿ ਇੰਨੀ ਤਰੀਕ ਤੋਂ ਮੇਰਾ ਪਰਚਾ ਆਇਆ ਹੈ, ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ, ਨਾ ਮਾਲ ਬਰਾਮਦ ਹੋਇਆ? ਨਹੀਂ ਮੈਂ ਪੁਲਿਸ ਕਮਿਸ਼ਨ ਕੰਪਲੇਂਟ ਨਹੀਂ ਦਿੱਤੀ। ਹੁਣ ਮੈਂ ਜਾਊਂਗਾ ਜੀ ਨਵੇਂ CP ਸਾਹਿਬ ਆਏ ਆ ਜਿਹੜੇ ਨੌਨੇਹਾਲ ਜੀ, ਪਤਾ ਲੱਗਿਆ ਕਿ ਬਹੁਤ ਵਧੀਆ ਸ਼ਬਦ ਨੇ ਤੇ ਉਹਨਾਂ ਕੋਲ ਜਾ ਕੇ ਮੈਂ ਆਪਣਾ ਕਿਵੇਂ ਦੱਸੂਗਾ। ਤੁਸੀਂ ਚਾਹੁੰਦੇ ਹੋ ਬਿੱਟੂ ਗੁੰਬਰ ਤੇ ਉਹ ਛਾਬੜੇ ਦੇ ਉੱਤੇ ਕਾਰਵਾਈ ਕੀਤੀ ਜਾਏ, ਉਹਨਾਂ ਨੂੰ ਅੰਦਰ ਕੀਤਾ ਜਾਏ? ਹਾਂਜੀ ਮੈਂ ਉਹਨਾਂ ਚਾਹੁੰਦਾ ਕਿ ਮੇਰੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਸਾਰਿਆਂ ਦੇ ਤੇ ਮੇਰਾ ਮਾਲ ਮੇਰਾ ਵਾਪਸ ਕਰਾਇਆ ਜਾਵੇ। ਜਿਹੜਾ ਵਿਕਾਸ ਕਰਦਾ ਪਹਿਲੇ ਵੀ ਚੋਰੀ ਕਰਦਾ ਸੀ? ਮੈਨੂੰ ਹੁਣ ਇਹ ਉਹਦਾ ਡਿਟੇਲ ਕਢਾਈ ਹੁਣ ਪਤਾ ਲੱਗਿਆ ਕਿ ਪਹਿਲਾਂ ਵੀ 2 ਦਿਨ ਦੀ ਕੁੱਟ ਖਾਧੀ ਉਹਨੇ ਮਾਲ ਚੋਰੀ ਕਰਕੇ ਕਿ ਪਹਿਲਾਂ ਚੋਰੀ ਕੀਤਾ ਮਾਲ ਪਹਿਲੇ ਵੀ ਉਹਨੇ ਫੈਕਟਰੀਆਂ ਮਾਲ। ਜਿਹੜਾ ਬਿੱਟੂ ਗੁੰਬਰ ਉਹ ਪਹਿਲੇ ਵੀ ਇਹ ਚੋਰੀ ਦਾ ਮਾਲ ਖਰੀਦਦਾ ਸੀ, ਕੁਝ ਪਤਾ ਚੱਲਿਆ? ਕਿ ਪਤਾ ਲੱਗਿਆ ਕਿ ਲੋਕੀ ਕਹਿ ਰਹੇ ਆ ਕਿ ਲੈਂਦਾ ਮਾਲ ਕੀ ਅੱਗੇ ਆਪਾਂ ਨੂੰ ਪੂਰਾ ਪਤਾ ਨਹੀਂ ਹੈ ਕਿ ਲੈਂਦਾ ਨਹੀਂ ਲੈਂਦਾ, ਪਰ ਸਾਡਾ ਮਾਲ ਲਿਆ ਇੰਨਾ ਪਤਾ ਕਿ ਜਿਹੜੇ ਚੋਰਾਂ ਨੇ ਸਾਨੂੰ ਦੱਸਿਆ ਮੇਰੇ ਚੋਰ ਨੇ। ਚੋਰੀ ਕਰਨ ਵਾਲਾ ਤੇ ਚੋਰੀ ਦਾ ਮਾਲ ਖਰੀਦਣ ਵਾਲਾ ਦੋਨੋਂ ਹੀ ਅਪਰਾਧੀ ਹੈ। ਹਾਂਜੀ ਹਾਂ ਇਸ ਗੱਲ ਮੰਨਦੇ ਹੀ ਪਤਾ ਜੀ ਇਸ ਗੱਲ ਕੀ ਮੰਗ ਕਰਦੇ ਸੀ ਪ੍ਰਸ਼ਾਸਨ? ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਮੇਰਾ ਮਾਲ ਮੇਰਾ ਦਵਾਇਆ ਜਾਵੇ ਤੇ ਚੋਰ ਫੜੇ ਜਾਣ ਤੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਕੀ ਮੰਗ ਕਰਦੇ ਤੁਹਾਡੇ? ਕਹਿੰਦੇ ਸੁਣਿਆ ਵੀ ਕਹਿੰਦੇ ਪਰ ਜਿਹੜੇ ਮਾਰੇ ਜਿਹੜੇ ਵਪਾਰੀ ਹੈਗੇ ਵੀ ਕਰੇ ਸਹਿਰਿਆਂ ਦੇ ਨਾਲੇ ਜਿਹੜਾ ਉਹ ਜਿਨ੍ਹਾਂ ਦਾ ਕੰਮ ਮਾਲ ਗਿਆ ਵਾ ਉਹ ਮੈਨੂੰ ਹੁਣ ਪਹਿਲਾਂ ਮੈਨੂੰ ਕੰਮ ਦਿੰਦੇ ਸੀਗੇ, ਮੈਂ ਵਧੀਆ ਕੰਮ ਕਰਦਾ ਸੀਗਾ। ਹੁਣ ਚੋਰੀ ਹੋਣ ਤੋਂ ਬਾਅਦ ਨਾ ਮੈਨੂੰ ਵਪਾਰੀ ਮੈਨੂੰ ਕੰਮ ਦੇ ਰਹੇ ਆ ਕਿ ਮੇਰੀ ਛਵੀ ਖਰਾਬ ਹੋ ਗਈ ਆ। ਉਹ ਕਹਿੰਦੇ ਕਿ ਮੇਰੀ ਛਵੀ ਖਰਾਬ ਹੋ ਗਈ ਹੈ ਕਿ ਅਗਲੇ ਮੈਨੂੰ ਹੁਣ ਲੋਕਾਂ ਨੇ ਮੈਨੂੰ ਮਾਲ ਦੇਣਾ ਬੰਦ ਕਰਤਾ ਕਿ ਤੇਰੀ ਫੈਕਟਰੀ ਮਾਲ ਆਉਂਦਾ ਚੋਰੀ ਹੋ ਜਾਂਦਾ ਵਾ। ਤੇ ਸਾਡਾ ਬਹੁਤ ਬੁਰਾ ਹਾਲ ਹੋ ਗਿਆ। ਮੈਂ ਡਿਪਰੈਸ਼ਨ ਚਲਾ ਗਿਆ ਵਾ ਕਿ ਮੇਰਾ ਬਹੁਤ ਬੁਰੀ ਹਾਲਤ ਆ। ਸਾਡਾ ਕੰਮ ਅਸੀਂ ਰੋਟੀ ਦੀ ਹੁਣ ਮੁਹਤਾਜ ਹੋ ਗਏ ਆ, ਸਾਨੂੰ ਵੀ ਕੰਮ ਨਹੀਂ ਮਿਲ ਰਿਹਾ ਕਿਤੋਂ ਵੀ। ਬਿੱਟੂ ਗੁੰਬਰ ਨੇ ਮੈਨੂੰ ਸੰਪਰਕ ਕੀਤਾ, 2-3 ਬੰਦਿਆਂ ਨੂੰ ਪਾਏ ਉਹਨੇ ਵਿੱਚ ਕਿਹਾ ਸੀਗਾ। ਕੀ ਕਿਹਾ? ਕੀ ਕਹਿੰਦਾ ਕਿ ਮੇਰੇ ਨਾਲ ਬਹਿ ਕੇ ਫੈਸਲਾ ਕਰ ਲਓ, ਏਦਾਂ ਗੱਲ ਕਰ ਲਓ। ਬੰਦਾ ਕਿ ਉਹਨੇ ਮਾਲ ਖਰੀਦਿਆ? ਉਹ ਕਹਿੰਦਾ ਕਿ ਮੈਨੂੰ ਪਤਾ ਨਹੀਂ, ਮੈਨੂੰ ਬਥੇਰੇ ਬੰਦੇ ਮਾਲ ਦੇਣ ਆਉਂਦੇ ਆ। ਬਿੱਟੂ ਗੁੰਬਰ ਕਹਿੰਦਾ ਕਿ ਬਥੇਰੇ ਬੰਦੇ ਨੂੰ ਮਾਲ ਦੇਣ ਆਉਂਦੇ ਦਿਹਾੜੀ 'ਚ। ਹੁਣ ਮੈਨੂੰ ਕੀ ਪਤਾ ਲੱਗਿਆ ਤੇਰਾ ਮਾਲ ਆ ਗਿਆ ਵਿੱਚ, ਮੇਰਾ ਮਾਲ ਆ ਗਿਆ। ਬੈਠੇ ਆ ਤੇ ਕਹਿੰਦੇ ਵੀ ਮਾਲ ਨਹੀਂ ਚੋਰੀ ਕੀਤਾ ਤਾਂ ਉਹ ਫਿਰ ਕਿੰਨੇ ਲੱਗਦਾ ਦਾਲ ਚ ਕਰ ਕਿੰਨੀ ਬਿੱਟੂ ਗੁੰਬਰ ਨੇ ਮਾਲ ਲਿਆ ਵਾ। ਇਹ ਦੱਸੋ ਸਾਡਾ ਚੋਰ ਕਹਿ ਰਿਹਾ, ਚੋਰ ਆਪਣੇ ਮੂੰਹ ਕਹਿ ਰਿਹਾ ਕਿ ਮੈਂ ਬਿੱਟੂ ਗੁੰਬਰ ਨੂੰ ਮਾਲ ਵੇਚਿਆ। ਮੇਰੇ ਉਹਦੀ ਵੀਡੀਓ ਹੈਗੀ ਚੋਰ ਦੀ, ਕੋਈ ਵੀਡੀਓ ਜਾਂ ਆਡੀਓ ਤਾਂ ਉਹਦੀ ਵੀਡੀਓ ਹੈ ਚੋਰ ਦੀ, ਚੋਰ ਕਹਿ ਰਿਹਾ। ਵੀਡੀਓ ਹੈਗੀ ਚੋਰ ਦੀ? ਹਾਂਜੀ ਵੀਡੀਓ ਹੈਗੀ ਮੇਰੇ ਚੋਰ ਦੀ ਦੁਕਾਨ। ਆ ਦੇਖੋ ਵੀਡੀਓ। ਮਾਲ ਚੱਕੇ ਸੀ ਬਿੱਟੂ ਗੁੰਬਰ ਨੂੰ 10 ਘੰਟਾ ਕਰ ਛੱਡਦਾ ਮਾਲ ਸੀਗਾ। ਕਿੰਨਾ ਮਾਲ ਚੱਕ ਬਿੱਟੂ ਗੁੰਬਰ ਕਿੰਨਾ ਮਾਲ ਚੱਕ ਆਰਡਰ ਮਾਰੀ ਨਾਲ ਚੈੱਕ ਕਰ ਸ਼ੁਰੂ ਕਰ ਗਿਆ। ਇੱਕ ਬੋਰਾ ਭਾਜੀ ਲੈ ਕੇ ਜਿਹੜਾ ਉਸ ਤੋਂ ਬਾਅਦ ਇਹਨੇ 50-100 ਪੀਸ ਕਰਕੇ ਲਿਆਂਦਾ ਰਿਹਾ। ਇੱਕ ਮਾਲ ਦਾ ਫਰਕ ਕਿਆ ਕਿੰਨੇ ਦਾ ਮਾਲ ਤੁਹਾਡਾ? ਮਾਲ ਤਾਂ 8 ਤੋਂ 10 ਲੱਖ ਦਾ 10 ਲੱਖ ਦਾ ਮਾਲ ਹੋ ਸਕਦਾ ਕਿ ਮੈਂ ਨਾ ਗੱਲ ਨਹੀਂ ਕਰ ਰਿਹਾ ਫੈਕਟਰੀਆਂ ਦਾ, ਪੂਰੀ ਗੱਲ ਪ੍ਰੋਪਰ ਗੱਲ। ਕਿਉਂ ਹੁਣ ਜਦ ਤੱਕ ਮੈਂ ਮੇਰੇ ਤੋਂ ਪੈਸੇ ਜੇ ਮਾਲ ਨਹੀਂ ਵਾਪਸ ਨਹੀਂ ਆਉਂਦਾ ਜਾਂ ਮੈਂ ਉਹਨਾਂ ਪੈਸੇ ਨਹੀਂ ਦਿੰਦਾ ਤਦ ਤੱਕ ਮੈਂ ਗੱਲ
ਫਿਰ ਨਾਲ ਕਰਾਂਗਾ ਬਹਿ ਕੇ ਕੀ ਗੱਲ ਆ। ਮੰਨੇ ਹੋਣੇ ਵੀ ਕਿੰਨੇ ਦਾ ਮਾਲ ਸੀ ਲੈ ਕੇ ਵੇਚਦੇ ਉਹਨੂੰ? ਚੋਰ ਮੰਨਿਆ ਕਿ ਮੈਂ ਕਹਿੰਦਾ ਮੈਂ ਸਾਰਾ ਮਾਲ 95,000 ਦਾ ਕਹਿੰਦਾ ਮਾਲ ਮੈਂ ਬਿੱਟੂ ਕੁਮਾਰ ਨੂੰ ਵੇਚਤਾ ਸਾਰਾ। 15 ਲੱਖ ਦਾ ਮਾਲ 12 ਲੱਖ ਦਾ। ਹਾਂਜੀ 95,000 ਚ ਬਿੱਟੂ ਕੁਮਾਰ ਨੇ ਖਰੀਦ ਲਿਆ ਮਾਲ। ਕਿਹੜੀ ਤਰੀਕ ਨੂੰ ਪਰਚਾ ਆਇਆ ਜੋ ਅੱਜ ਕਿੰਨੀ ਤਰੀਕ ਹੋ ਗਈ? 13/8 ਨੂੰ ਪਰਚਾ ਦਰਜ ਹੋਇਆ ਜੀ। 13/8 ਨੂੰ ਪਰਚਾ ਦਰਜ ਹੋਇਆ ਜੀ। ਅੱਜ 6 ਸਤੰਬਰ ਹੋ ਗਈ ਹੈ ਤੇ ਪੁਲਿਸ ਨੇ ਹਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ। ਪੁਲਿਸ ਕੋਲ ਜਾਂਦੇ ਹੋ ਥਾਣਾ ਕੀ ਕਹਿੰਦੇ? ਸਾਰਿਆਂ ਨੇ ਕਹਿੰਦੇ ਕੋਈ ਨਹੀਂ ਅਸੀਂ ਕਾਰਵਾਈ ਕਰਦੇ ਹਾਂ ਤੇ ਉਹਦੇ ਅਫਸਰ ਕੋਲ ਪੇਸ਼ ਹੋਏ? ਮੈਂ ਡਿਪਟੀ ਸਾਹਿਬ ਕੋਲ ਇੱਕ ਵਾਰੀ ਗਿਆ ਸੀਗਾ। ਡਿਪਟੀ ਸਾਹਿਬ ਨੇ ਮੈਨੂੰ ਵਿਸ਼ਵਾਸ ਦਿਲਾਇਆ ਕਿ ਮੈਂ ਤੇਰੀ ਬਣਦੀ ਕਾਰਵਾਈ ਕਰੂੰਗਾ। ਦਬਾਅ ਤਾਂ ਨਹੀਂ ਕੋਈ? ਨਹੀਂ ਪੁਲਿਸ ਦਾ ਵੀ ਨਹੀਂ ਆਪਣਾ ਕੋਈ ਦਬਾਅ ਨਹੀਂ। ਮੈਂ ਤਾਂ ਗੱਲ ਤਾਂ ਰਿਹਾ ਕਿ ਇਹਦੇ ਬਿੱਟੂ ਕੁੰਬਰ ਦੇ ਵੱਡੇ ਲੀਡਰਾਂ ਨਾਲ ਪੁਲਿਸ ਵਾਲਿਆਂ ਨਾਲ ਲਿੰਕ ਨੇ ਅਫਸਰਾਂ ਨਾਲ, ਤਾਂ ਇਹਨਾਂ ਕਰਕੇ ਇਹਦੀ ਕਾਰਵਾਈ ਰੁਕੀ ਹੋਈ ਹੈ ਕਿ ਤਾਂ ਕੋਈ ਪੁਲਿਸ ਬਜਾ प्रकार की समस्या हो, सभी समस्याओं का समाधान 101% किया जाएगा। जब कहीं ना हो काम तो आप हमसे ले समाधान, क्योंकि हमारा काम है, ये हमारा चैलेंज है। हम कहते नहीं, करके दिखाते हैं। आज तक आपका काम किसी से क्यों नहीं हुआ, आइए आपको बताते हैं फोन पर। 100% सोल्यूशन मिलेगा, वो भी 24 घंटे में। दुनिया के किसी भी कोने से काम करवाएं, 100% समाधान पाएं। लड़की का वशीकरण करना हो, गर्लफ्रेंड को वश में करना हो, एक्स गर्लफ्रेंड को वापस पाना हो, बॉयफ्रेंड का वशीकरण करना हो, किया कराया ब्लैक मैजिक से छुटकारा पाना हो, लव मैरिज, इंटरकास्ट लव मैरिज हो, खोया प्यार वापस पाना हो, दुश्मन से छुटकारा हो, कामदेव मंत्र बाबा जी लेकर आए हैं आपके लिए। आपके पति अगर किसी और औरत के चक्कर में आ गए हैं, या फिर आपके पति आपसे प्यार नहीं करते, गलत संगत में पड़ गए हैं, तो अब आप कॉल करें हमारे बाबा जी को। मोहिनी वशीकरण आपके लिए करके देंगे। अगर आपके बच्चे आपका कहा नहीं मानते, किसी और की बात में आकर गलत काम करते हैं, तो अब आप घबराएं नहीं, क्योंकि आपकी सभी समस्याओं का समाधान है बाबा जी के पास। 24 घंटे में केवल आपको मिलेगा आपकी समस्या का समाधान एक फोन कॉल पर। दुनिया के किसी भी कोने से काम करवाएं, हर समस्या का समाधान पाएं। चमत्कार हुंदे ने, देखो अपनी अखां सामने। 3 घंटे च हर परेशानी दा हल पाओ। 7 इल्मां दे माहिर दिवांशु जोशी। मेरे कीते नूं कोई कट नहीं सकदा, कट्टन वाले नूं मुंह मंगिया इनाम। परेशानी जिवें मनचाहा प्यार,
पति पत्नी च अनबन, काले जादू का खात्मा, बीमारी दवा ना लगना, वशीकरण करवाओ, जिसनों चाहे उसनों अपने वश च करो। लाटरी नंबर पाओ भावें 649 होवे जां लोटो मैक्स। धोखेबाज प्रेमी प्रेमिका सौतन दुश्मन नूं अपनियां अखां सामने तड़फदा वेखो। 7082844950। शहीद आजम भगत सिंह जी का अज जन्म दिन है, जिथे मैं समुची दुनिया के लोगों को बधाई देना, क्योंकि भगत सिंह जी, राजगुरू जी, सुखदेव जी, लाला लाजपत राय जी, होर भी जिन्हें भी शहीद करतार सिंह सराभा जी, उन्होंने देश के वास्ते शहादत दी। असी हर बार चाहे शहीदी दिहाड़ा होवे, चाहे इन्हों का जन्म दिहाड़ा होवे, असी सरकार नूं, सेंटर सरकार नूं मंग करते हैं नरेंद्र मोदी जी नूं। शहीद आजम भगत सिंह जी का अज जन्म दिन है, जिथे मैं समुची दुनिया के लोगों को बधाई देना, क्योंकि भगत सिंह जी, राजगुरू जी, सुखदेव जी, लाला लाजपत राय जी, होर भी जिन्हें भी शहीद करतार सिंह सराभा जी, उन्होंने देश के वास्ते शहादत दी। असी हर बार चाहे शहीदी दिहाड़ा होवे, चाहे इन्हों का जन्म दिहाड़ा होवे, असी सरकार नूं, सेंटर सरकार नूं मंग करते हैं नरेंद्र मोदी जी नूं।
हाँ शाम जी परे हो जाओ सर, 1 मिनट जी फोटो कर लिया जी ना आ जाओ सर सामने जी। मेयर साहब हो गए वो मेयर साहब आइयो नाल। हाँ जी घूम के जरा सीपी साहब नाल जाओ प्लीज। सबरवाल साहब नाल हो जाओ, सबरवाल नाल। हाँ जी लुक एट जी सर। नीरज दे ਹਜੇ ਹਾਲਾਂਕਿ ਡਿਸਾਈਡ ਨਹੀਂ ਹੋਇਆ ਕਿੱਦਾਂ ਦੀ ਲੱਗਦਾ ਹੈ ਸੇਵਾ ਜਿਹੜੀ ਦੂਜਾ ਟਰਨ ਕਿੱਦਾਂ ਦਾ ਰਹੇਗਾ? ਬਹੁਤ ਜਦੋਂ ਵੀ ਕੋਈ ਜ਼ਿੰਮੇਵਾਰੀ ਮਿਲਦੀ ਹੈ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ, ਜਿੱਥੇ ਖੁਸ਼ੀ ਵੀ ਹੁੰਦੀ ਹੈ, ਮਨ ਨੂੰ ਵੀ ਤੁਹਾਡੀ ਸਰਵਿਸਿਜ਼ ਨੂੰ ਤੁਹਾਡੀ ਵਰਕਿੰਗ ਨੂੰ ਰੈਕਗਨਾਈਜ਼ ਕੀਤਾ ਜਾ ਰਿਹਾ ਪਾਰਟੀ ਵੱਲੋਂ, ਖਾਸ ਤੌਰ ਤੇ ਨਵੇਂ ਚੀਫ ਮਿਨਿਸਟਰ ਵੱਲੋਂ, ਤੇ ਇੱਕ ਮਨ ਨੂੰ ਤਸੱਲੀ ਜੀ ਹੁੰਦੀ ਹੈ। ਤੇ ਜ਼ਰੂਰਤ ਇਹ ਹੈ ਟਾਈਮ ਥੋੜ੍ਹਾ ਆ, ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਦੇ ਵਿੱਚ ਡਿਲੀਵਰ ਕਰਨਾ ਹੈ। ਤੇ ਮੈਂ ਸਮਝਦਾ ਹਾਂ ਜੋ ਸਾਡੇ ਚੀਫ ਮਿਨਿਸਟਰ ਸਾਹਿਬ ਵੀ ਸਮਝਦੇ ਆ ਵੀ ਸਾਨੂੰ 24/7 ਕੰਮ ਕਰਨਾ ਪੈਣਾ ਆ 3 ਮਹੀਨੇ 'ਚ। ਹਲੇ ਕਾਫੀ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਤੇ ਉਸੇ ਕੜੀ ਦੇ ਵਿੱਚ ਅਸੀਂ ਸਾਡੇ ਕੰਮਾਂ ਦੀ ਕੰਟੀਨਿਊਟੀ ਰਵੇ। ਅੱਜ ਮੈਂ ਇੱਥੇ ਆਇਆ ਇੱਕ ਮੀਟਿੰਗ ਲਵਾਂਗਾ, ਪਰ ਜੋ ਇੱਕ ਹੋਣਾ ਚਾਹੀਦਾ ਹੈ ਪ੍ਰੋਟੋਕੋਲ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਲਾਮੀ ਦਿੱਤੀ ਗਈ। ਮੈਂ ਤਾਂ ਚਾਹਾਂਗਾ ਵੀ VIP ਕਲਚਰ ਜਿਵੇਂ ਸਾਡੇ CM ਵੀ ਚਾਹੁੰਦੇ ਘੱਟੋ ਘੱਟ ਹੋਣਾ ਚਾਹੀਦਾ, ਕੰਮਾਂ ਵੱਲ ਜ਼ਿਆਦਾ ਫੋਕਸ ਹੋਣਾ ਚਾਹੀਦਾ। ਆਫੀਸਰਸ ਜਿੰਨੇ ਜ਼ਿਆਦਾ ਆਪਣੇ ਆਫਿਸ 'ਚ ਬੈਠ ਕੇ ਪਬਲਿਕ ਦੀਆਂ ਸੁਣਨਗੇ ਤਕਲੀਫਾਂ ਉਨੀ ਜ਼ਿਆਦਾ ਡਿਲੀਵਰੀ ਹੋਵੇਗੀ। ਸਰ ਜਿਵੇਂ ਕਿ ਝੋਨੇ ਦਾ ਸੀਜ਼ਨ ਆ ਰਿਹਾ ਉਸ ਲੈ ਕੇ ਕਿੱਦਾਂ ਦੀਆਂ ਤਿਆਰੀਆਂ ਹੈਗੀਆਂ ਤੁਹਾਡੀਆਂ? ਜਦੋਂ ਪੋਰਟਫੋਲੀਓ ਤੋਂ ਪਹਿਲਾਂ ਅਸੀਂ ਤਕਰੀਬਨ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਸੀਗੇ। ਜਿੰਨੀਆਂ ਸਾਡੇ CCL ਦੀ ਤਿਆਰੀ, ਮੰਡੀਆਂ ਦੀ ਤਿਆਰੀ, ਬੈਗਸ ਦੀ ਪ੍ਰੋਕਿਉਰਮੈਂਟ, ਸਾਡੇ ਕਵਰਸ ਵਗੈਰਾ, ਸ਼ੈਲਰ, ਮੰਡੀ ਲਿੰਕੇਜ, ਉਹ ਸਾਰਾ ਸਾਡੀ ਤਿਆਰੀ ਪੂਰੀ ਸੀਗੀ। ਪਰ ਹੁਣ ਜਿਵੇਂ ਪੋਰਟਫੋਲੀਓ ਮਿਲਣਗੇ ਜਿਹਨੂੰ ਇਹ ਕੰਮ ਮਿਲੇਗਾ, ਪਰ ਪੰਜਾਬ ਸਰਕਾਰ ਮੈਂ ਇਹ ਤੁਹਾਨੂੰ ਆਪਣੇ ਕਨਵਿੰਸਿੰਗਲੀ ਕਹਿ ਸਕਦਾ ਪ੍ਰੋਕਿਉਰਮੈਂਟ ਲਈ ਬਿਲਕੁਲ ਤਿਆਰ ਹੈ। ਕਿਸੇ ਵੀ ਕਿਸਾਨ ਨੂੰ, ਕਿਸੇ ਆੜ੍ਹਤੀ ਜਾਂ ਟਰਾਂਸਪੋਰਟਰ ਨੂੰ, ਕੋਈ ਸ਼ੈਲਰ ਵਾਲੇ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਬਹੁਤ ਡਿਲੇ ਹੋ ਰਹੀ ਹੈ। ਇਹ CM ਸਾਹਿਬ ਦਾ ਪ੍ਰੈਰੋਗੇਟਿਵ ਹੈ। ਆਖਰੀ ਸਵਾਲ ਹੈ, ਜਿੱਦਾਂ ਕਿ ਕਿਸਾਨ ਜਿਹੜੇ ਆ ਲਗਾਤਾਰ ਵਿਰੋਧ ਕਰ ਰਹੇ ਰਾਜਨੀਤਿਕ ਪਾਰਟੀਆਂ ਨਾਲ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਪੰਜਾਬ ਦੀ ਥਾਂ ਤੇ ਹਰਿਆਣੇ ਜਾ ਕੇ ਪ੍ਰਚਾਰ ਕਰ ਰਹੇ, ਲੱਗਦਾ ਕਿ ਡਰੇ ਹੋਏ ਨੇ ਬੇਅਦਬੀਆਂ ਤੇ ਕਿਸਾਨਾਂ ਦੇ ਵਿਰੋਧ ਦੇ ਕਰਕੇ। ਇਹ ਜਿਹੜਾ ਅੱਜ ਕਿਸਾਨਾਂ ਨੂੰ ਐਜੀਟੇਸ਼ਨ ਕਰਨਾ ਚਾਹ ਰਿਹਾ, ਇਹਦੇ 'ਚ ਕਾਫੀ ਹੱਦ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਅੰਦਰ ਬੈਠ ਕੇ ਇਹ ਬਿੱਲ ਪਾਸ ਕਰਾਇਆ ਤੇ ਹੁਣ ਇਹ ਕੋਸ਼ਿਸ਼ ਕਰ ਰਹੇ ਆ ਉਸੇ ਚੀਜ਼ ਨੂੰ ਕਿਸੇ ਦੂਸਰਿਆਂ ਤੇ ਮੜਨ ਦੀ। 2-3 ਮਹੀਨੇ ਉਹਨੂੰ ਜਸਟੀਫਾਈ ਕਰਦੇ ਰਹੇ, ਮਿਸਿਸ ਬਾਦਲ ਕਰਦੇ ਰਹੇ, ਸੁਖਬੀਰ ਹੋਣੀ ਕਰਦੇ ਰਹੇ, ਹੋਰ ਤਾਂ ਹੋਰ ਜਿਹਨੇ ਸਾਰੀ ਜ਼ਿੰਦਗੀ ਸ਼ਾਨ ਨਾਲ ਕੱਟੀ ਸਾਡੇ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਤੋਂ ਵੀ ਬਿਆਨ ਇਹਦੇ ਫੇਵਰ 'ਚ ਦਿਲਵਾਤਾ। ਅੱਜ ਯੂ ਟਰਨ ਲੈ ਕੇ ਲੋਕਾਂ ਦਾ ਰੋਹ ਦੇਖਦੇ ਹੋਏ, ਕਿਸਾਨਾਂ ਦੀ ਤਕਲੀਫ ਦੇਖਦੇ, ਉਦੋਂ ਨਹੀਂ ਸੀ ਨਜ਼ਰ ਆਈ, ਉਦੋਂ ਸਿਰਫ ਇਹਨਾਂ ਨੂੰ ਆਪਣੀ ਮਿਨਿਸਟਰੀ ਨਜ਼ਰ ਆਉਂਦੀ ਸੀਗੀ। ਹੁਣ ਅੱਜ ਕਹਿ ਰਹੇ ਨੇ ਤੇ ਉਹਨਾਂ ਨੂੰ ਇਹ ਭੁਗਤਣਾ ਵੀ ਪੈ ਰਿਹਾ। ਇੱਥੇ ਇਰੈਲੇਵੈਂਟ ਹੋ ਗਏ ਆ ਤੇ ਹੁਣ ਆਪਣੀ ਜ਼ਮੀਨ ਉੱਥੇ ਹਰਿਆਣੇ 'ਚ ਦੇਖਦੇ ਫਿਰਦੇ। ਧੰਨਵਾਦ। ਇਹ ਪੁਰਾਣੀਆਂ ਆਦਤਾਂ ਪਈਆਂ ਹੋਈਆਂ, ਠੀਕ ਕਰ ਦਾਂਗਾ, ਬਿਲਕੁਲ ਬਿਲਕੁਲ ਠੀਕ ਕਰ ਦਾਂਗਾ, ਫਿਕਰ ਨਾ ਕਰੋ। ਦੇਖੋ ਅੱਜ ਮੈਂ ਆਪਣੇ ਮਹਿਬੂਬ ਨੇਤਾ ਜੀ, ਮਰਹੂਮ ਨੇਤਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਸਥਲ ਤੇ ਆਇਆ ਜੀ। ਉਹਨਾਂ ਦਾ ਜਨਮ ਦਿਨ ਹੈ, ਉਹਨਾਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦੇਣ ਆਇਆ ਜੀ। ਮੈਂ ਸਿਰਫ ਇੱਕ ਗੱਲ ਕਹਿਣੀ ਆ, ਫालतू ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੁਹਾਡੇ ਨਾਲ, ਕਿ ਮੈਂ ਜੋ ਕਰਦਾ ਜੋ ਮੈਂ ਕਰਨਾ ਮੈਂ ਇਹ ਸਮਝ ਕੇ ਕਰਦਾ ਕਿ ਮੈਨੂੰ ਸ਼ਹੀਦ ਭਗਤ ਸਿੰਘ ਦੇਖ ਰਿਹਾ, ਕੋਈ ਗਲਤ ਕੰਮ ਨਾ ਹੋ ਜਾਵੇ ਮੇਰੇ ਤੋਂ। ਇਸ ਲਈ ਜੋ ਵੀ ਕੰਮ ਹੋਏਗਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਮੂਹਰੇ ਰੱਖ ਕੇ ਹੋਏਗਾ, ਨੌਜਵਾਨਾਂ ਦੀ ਬਿਹਤਰੀ ਦੇ ਲਈ ਹੋਏਗਾ, ਦੇਸ਼ ਔਰ ਸੂਬੇ ਦੀ ਬਿਹਤਰੀ ਲਈ ਹੋਏਗਾ, ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ, ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ, ਸਮਾਜ ਨੂੰ ਅੱਗੇ ਲੈ ਕੇ ਜਾਣਾ, ਆਪਸੀ ਭਾਈਚਾਰਾ ਕਾਇਮ ਰੱਖਣਾ ਤੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣਾ ਮੇਰਾ ਪਹਿਲਾ ਕਰਤੱਵ ਹੈ। ਇਸ ਕਰਕੇ ਹਰ ਕੰਮ ਉਹਨਾਂ ਦੀ ਸੋਚ ਦੇ ਮੁਤਾਬਕ ਹੋਏਗਾ। ਖਾਸ ਪੈਕੇਜ ਸਰ ਅੱਜ ਕੋਣੇ ਪੈਸਾ ਨਹੀਂ ਆਇਆ। ਚਲੋ ਅੰਦਰ, ਚਲੋ ਅੰਦਰ।